ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਬਾਈ ਪੰਜਾਬ ਦੇ ਉੱਤੇ। ਅੱਜ ਸ਼ੁਰੂ ਕਰਨ ਜਾ ਰਹੇ ਹਾਂ ਰਾਜੇ ਇੱਕ ਖਾਸ ਸੀਰੀਜ਼ ਜਿਹਦੇ ਬਾਰੇ ਕਾਫੀ ਡਿਮਾਂਡ ਆ ਰਹੀ ਸੀ ਬੱਚਿਆਂ ਦੀ, ਕਿਉਂਕਿ ਤੁਹਾਨੂੰ ਪਤਾ ਹੈ ਹੁਣ ਕਾਫੀ ਸਾਰੀਆਂ ਪੋਸਟਾਂ ਆਉਣ ਜਾ ਰਹੀਆਂ ਆਪਣੇ ਪੰਜਾਬ ਦੇ ਵਿੱਚ ਤੇ ਕਾਫੀ ਨੋਟੀਫਿਕੇਸ਼ਨ ਆਊਟ ਵੀ ਹੋ ਗਏ ਆ ਰਾਜੇ। ਤੇ ਕੰਪਿਊਟਰ ਦੀ ਤਿਆਰੀ ਆਪਾਂ ਸਟਾਰਟਿੰਗ ਤੋਂ ਕਰਾਉਂਦੇ ਆਏ ਆ ਤੇ ਆਪਣੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੇ ਆਪਣੀ ਜਿਹੜੀ ਮਿਹਨਤ ਦੇ ਨਾਲ ਤੇ ਸਹੀ ਨੀਤ ਦੇ ਨਾਲ ਆਪਾਂ ਕੰਮ ਕੀਤਾ ਸੀਗਾ ਤੇ ਸਾਰਾ ਕੁਝ ਹੀ ਆਪਣੇ ਕਿਰਾਇਆਂ ਚੋਂ ਆਇਆ ਸੀਗਾ। ਤਾਂ ਉਸੇ ਤਰੀਕੇ ਨਾਲ ਆਪਾਂ ਹੁਣ ਤਿਆਰੀ ਸਟਾਰਟ ਕਰਨ ਜਾ ਰਹੇ ਹਾਂ ਕੰਪਿਊਟਰ ਦੀ। ਪਰ ਇੱਥੇ ਆਪਾਂ ਕਰਾਂਗੇ ਜੀ ਹੁਣ ਡਾਇਰੈਕਟ MCQ, ਕਿਉਂਕਿ ਆਪਾਂ ਥਿਊਰੀ ਬਹੁਤ ਪੜ੍ਹ ਚੁੱਕੇ ਹਾਂ ਤੇ ਇਸ ਸੀਰੀਜ਼ ਦੇ ਵਿੱਚ ਤੁਹਾਨੂੰ ਕਰਾਏ ਜਾਣਗੇ ਪੁਰਾਣੇ ਸਾਰੇ ਪੇਪਰ ਜਿੰਨੇ ਵੀ 2021 ਦੇ ਹੋਏ ਆ, ਚਾਹੇ ਉਹ ਪਟਵਾਰੀ ਪੇਪਰ ਹੈ, ਚਾਹੇ ਉਹ ਕੋਆਪਰੇਟਿਵ ਬੈਂਕ ਦਾ ਪੇਪਰ ਹੈ, ਤਾਂ ਸਪੈਸ਼ਲੀ PSSS ਬੋਰਡ ਦੇ ਸਾਰੇ ਪੇਪਰ ਆਪਾਂ ਕਰਾਵਾਂਗੇ। ਤੇ ਅੱਜ ਆਪਾਂ ਕਰਨ ਜਾ ਰਹੇ ਹਾਂ ਰਾਜੇ ਜਿਹੜਾ ਪੇਪਰ ਉਹ ਹੈਗਾ ਪਟਵਾਰੀ ਦਾ ਪੇਪਰ ਹੈ। ਤੇ ਇਹ ਜਿਹੜੀ ਸੀਰੀਜ਼ ਹੈਗੀ ਐਂ ਕਹਿ ਲਓ ਵੀ ਆਪਣਾ ਜਿਹੜਾ ਇਹ ਮਿਸ਼ਨ ਸਰਕਾਰੀ ਨੌਕਰੀ ਹੈ 2000 ਜਿਹੜੀ ਆਪਣਾ 22 ਹੈ, ਕਿਉਂਕਿ 2022 ਦੇ ਵਿੱਚ ਬਹੁਤ ਪੋਸਟਾਂ ਆਉਣਗੀਆਂ ਤਾਂ ਆਪਣਾ ਮਿਸ਼ਨ ਲੈ ਕੇ ਚੱਲੇ ਆਪਾਂ ਕਿ ਆਪਣੇ ਬੱਚੇ ਵੱਧ ਤੋਂ ਵੱਧ ਸਿਲੈਕਟ ਹੋਣ। ਤੇ ਜਿਵੇਂ ਕਿ ਕੱਲ ਤੁਸੀਂ ਸਾਰਿਆਂ ਨੇ ਦੇਖਿਆ ਹੀ ਰਾਜੇ ਵਾਰਡ ਅਟੈਂਡੈਂਟ ਦੇ ਵਿੱਚ ਵੀ ਆਪਣੇ ਕਾਫੀ ਬੱਚੇ ਸਿਲੈਕਟ ਹੋਏ ਆ। ਤਾਂ ਸਭ ਨੂੰ ਬੱਚਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਤੁਸੀਂ ਵੀ ਮਿਹਨਤ ਕਰੋ ਰਾਜੇ, ਤੁਹਾਡਾ ਵੀ ਨੰਬਰ ਆ ਸਕਦਾ ਕਿਉਂਕਿ ਉਹ ਵੀ ਤੁਹਾਡੇ ਵਿੱਚੋਂ ਹੀ ਨੇ ਬੱਚੇ। ਤਾਂ ਸਟਾਰਟ ਕਰਦੇ ਰਾਜੇ, ਜਿਹੜਾ ਅੱਜ ਪੇਪਰ ਆਪਾਂ ਐਨਾਲਿਸਿਸ ਕਰਨ ਜਾ ਰਹੇ ਹਾਂ ਉਹ ਹੈਗਾ ਜੀ ਪਟਵਾਰੀ ਪੇਪਰ। ਇਹਦੇ ਵਿੱਚ ਆਪਾਂ ਕੰਪਿਊਟਰ ਦੇ 15 ਕੁਐਸਚਨ ਡਿਸਕਸ ਕਰਕੇ ਜਾਵਾਂਗੇ। ਤੇ ਅੱਜ ਤੁਹਾਡੇ ਸਾਹਮਣੇ ਜਿਹੜੀ ਪ੍ਰੈਜੈਂਟੇਸ਼ਨ ਲੈ ਕੇ ਆਇਆ ਰਾਜੇ ਬਹੁਤ ਵਧੀਆ ਤਰੀਕੇ ਦੇ ਨਾਲ ਇੱਕ ਨਵੇਂ ਤਰੀਕੇ ਨਾਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਮਿਹਨਤ ਕਰਕੇ ਕਿ ਤੁਹਾਨੂੰ ਚੀਜ਼ ਵਧੀਆ ਤੋਂ ਵਧੀਆ ਸਮਝ ਆਵੇ ਵਿਦ ਫੋਟੋਗ੍ਰਾਫਸ। ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਤੇ ਜਿਹੜੇ ਬੱਚੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫॉर ਫ੍ਰੀ ਕੰਟੈਂਟ ਵਧੀਆ ਵਧੀਆ ਕੁਆਲਿਟੀ ਦਾ ਦੇਖਣ ਵਾਸਤੇ। ਤਾਂ ਸਟਾਰਟ ਕਰਦੇ ਰਾਜੇ, ਤੁਸੀਂ ਆਪਣਾ ਨਾਲ ਦੀ ਨਾਲ ਚੈੱਕ ਵੀ ਕਰਨਾ ਲੈਵਲ ਕਿ ਤੁਹਾਡੇ ਕਿੰਨੇ ਕੁਐਸਚਨ ਠੀਕ ਹੁੰਦੇ ਆ ਕਿੰਨੇ ਗਲਤ ਹੁੰਦੇ ਆ। ਤੁਸੀਂ ਐਂਡ ਤੇ ਮੈਨੂੰ ਆਪਣਾ ਠੀਕ ਹੈ ਰੈਂਕ ਜ਼ਰੂਰ ਲਿਖ ਕੇ ਜਾਇਓ ਤੇ ਜੇ ਕੋਈ ਸੁਜੈਸ਼ਨ ਦੇਣਾ ਚਾਹੁੰਦੇ ਹੋ ਤੁਸੀਂ ਉਹ ਵੀ ਕਮੈਂਟ ਕਰ ਸਕਦੇ ਹੋ। ਤਾਂ ਕਰਦੇ ਹਾਂ ਜੀ ਸਟਾਰਟ। ਫਸਟ ਕੁਐਸਚਨ ਆਪਣੀ ਸਕਰੀਨ ਤੇ ਰਿਹਾ, ਦੇਖੋ ਇੰਗਲਿਸ਼ ਪੰਜਾਬੀ ਮੀਡੀਅਮ ਦੇ ਵਿੱਚ ਹੈ, ਮੈਂ ਡਾਇਰੈਕਟ ਸਕਰੀਨਸ਼ਾਟ ਲਿਆ ਹੋਇਆ ਜੋ ਵੀ ਕੁਐਸਚਨ ਆਇਆ ਹੋਇਆ ਪਟਵਾਰੀ ਪੇਪਰ ਦੇ ਵਿੱਚ। ਇਹ ਪਟਵਾਰੀ ਪ੍ਰੀ ਪੇਪਰ ਹੈ ਰਾਜੇ, ਅਗਸਤ ਮਹੀਨੇ ਦੇ ਵਿੱਚ ਹੋਇਆ ਸੀ 2021 ਦੇ ਵਿੱਚ। ਤਾਂ ਕੀ ਕਹਿ ਰਿਹਾ ਜੀ, ਕਹਿੰਦਾ all the logical and mathematical calculations done by the computer happen in on the। ਤਾਂ ਕਹਿੰਦਾ ਕੰਪਿਊਟਰ ਦੇ ਅੰਦਰ ਹੋਣ ਵਾਲੀਆਂ ਕਿਸੇ ਤਰ੍ਹਾਂ ਦੀਆਂ ਕਹਿੰਦਾ ਸੰਗਤ ਅਤੇ ਤਰਕ ਸੰਗਤ ਅਤੇ ਗਣਿਤ ਆਧਾਰ ਤੇ ਜਿਹੜੀਆਂ ਗਣਨਾਵਾਂ ਹੁੰਦੀਆਂ ਕੈਲਕੂਲੇਸ਼ਨਸ ਹੁੰਦੀਆਂ ਨੇ ਉਹ ਕਿੱਥੇ ਹੁੰਦੀਆਂ ਨੇ। ਤਾਂ ਸਿਸਟਮ ਬੋਰਡ ਤੇ ਹੁੰਦੀਆਂ ਰਾਜੇ, ਸੈਂਟਰਲ ਕੰਟਰੋਲ ਯੂਨਿਟ ਤੇ ਹੁੰਦੀਆਂ ਜਾਂ ਸੈਂਟਰਲ ਪ੍ਰੋਸੈਸਿੰਗ ਯੂਨਿਟ ਤੇ ਹੁੰਦੀਆਂ ਜਾਂ ਮਦਰਬੋਰਡ ਤੇ ਹੁੰਦੀਆਂ। ਤਾਂ ਬਹੁਤ ਹੀ ਸੌਖਾ ਕੁਐਸਚਨ ਸੀਗਾ ਰਾਜੇ। ਇਹ ਹੁੰਦੀਆਂ ਜੀ ਤੁਹਾਡੇ CPU ਦੇ ਉੱਪਰ। ਜਾਂ ਜੇ ਕਿਸੇ ਨੇ CPU ਨਹੀਂ ਦੇਖਿਆ ਤਾਂ ਰਾਜੇ ਆ ਹੈਗਾ ਜੀ ਤੁਹਾਡਾ CPU। ਇਹ CPU ਡਾਇਗਰਾਮ ਹੈ, ਇਹਨੂੰ ਕੀ ਕਹਿ ਦਿੰਦੇ ਆ ਰਾਜੇ, CPU ਨੂੰ ਕੀ ਕਹਿ ਦਿੰਦੇ ਆ, ਬ੍ਰੇਨ ਆਫ ਕੰਪਿਊਟਰ। ਇਹ ਵੀ ਯਾਦ ਰੱਖਣਾ, ਇਹ ਕੁਐਸਚਨ PSSS ਬੋਰਡ ਬਹੁਤ ਪੁੱਛਦਾ ਹੈ ਕਿ ਬ੍ਰੇਨ ਆਫ ਕੰਪਿਊਟਰ ਕੌਣ ਹੈ, ਤਾਂ CPU ਨੂੰ ਬ੍ਰੇਨ ਆਫ ਕੰਪਿਊਟਰ ਕਿਹਾ ਜਾਂਦਾ ਹੈ। ਤਾਂ ਮਦਰਬੋਰਡ ਕੀ ਹੁੰਦਾ ਰਾਜੇ, ਮਦਰਬੋਰਡ ਹੁੰਦਾ ਜਿਹਦੇ ਉੱਪਰ ਕਿੰਨੇ ਹੁੰਦੇ ਆ, ਜਿਹਦੇ ਉੱਪਰ ਸਾਰਾ ਸਰਕਟ ਲੱਗਿਆ ਹੁੰਦਾ, ਤਾਂ ਹੀ ਇਹਦਾ ਨਾਂ ਕੀ ਹੈ ਮਦਰਬੋਰਡ। ਮਦਰਬੋਰਡ ਕੀ ਹੈ, ਮੇਨ ਸਰਕਟ ਬੋਰਡ ਹੁੰਦਾ ਕੰਪਿਊਟਰ ਦਾ ਜਿਹਦੇ ਉੱਪਰ ਸਾਰਾ ਸਰਕਟ ਹੁੰਦਾ ਹੈ, ਜਿਹਦੇ ਉੱਪਰ ਆਪਾਂ ਕੋਈ ਵੀ ਕੰਪੋਨੈਂਟ ਅਟੈਚ ਕਰ ਸਕਦੇ ਹਾਂ ਕੰਪਿਊਟਰ ਦੇ ਨਾਲ, ਠੀਕ ਹੈ ਜੀ। ਤਾਂ ਹੀ ਉਹਨੂੰ ਕੀ ਕਹਿ ਦਿੰਦੇ ਆ, ਮਦਰਬੋਰਡ ਕਹਿ ਦਿੰਦੇ ਆ। ਤਾਂ ਇਸ ਕੁਐਸਚਨ ਦਾ ਆਨਸਰ ਜਿਹੜਾ ਬਣਦਾ ਸੀ ਰਾਜੇ CPU ਬਣਦਾ ਸੀਗਾ। ਤਾਂ ਜਿੰਨੀਆਂ ਵੀ ਕੈਲਕੂਲੇਸ਼ਨਸ ਡਨ ਹੁੰਦੀਆਂ, ਕਿਉਂਕਿ CPU ਦੇ ਵਿੱਚ ਕੀ ਹੁੰਦੇ, ਦੋ ਪਾਰਟ ਹੁੰਦੇ ਰਾਜੇ, ਇੱਕ ਹੁੰਦਾ ਅਰਥਮੈਟਿਕ ਲੌਜਿਕ ਯੂਨਿਟ ਤੇ ਇੱਕ ਹੁੰਦਾ ਜੀ ਤੁਹਾਡਾ ਕੰਟਰੋਲ ਯੂਨਿਟ, ਠੀਕ ਹੈ। ਤਾਂ ਅਰਥਮੈਟਿਕ ਜਿਹੜਾ ਲੌਜਿਕ ਯੂਨਿਟ ਹੁੰਦਾ ਰਾਜੇ ਸਾਰੀਆਂ ਕੈਲਕੂਲੇਸ਼ਨ ਇਹ ਕਰਦਾ ਅਰਥਮੈਟਿਕ ਦੇ ਰਿਲੇਟਡ ਤੇ ਲੌਜੀਕਲ ਦੇ ਰਿਲੇਟਡ। ਓਕੇ ਹੈ ਜੀ। ਤਾਂ ਨੈਕਸਟ ਚੱਲਦੇ ਹਾਂ, ਅਗਲੇ ਕੁਐਸਚਨ ਵੱਲ ਮੂਵ ਕਰਦੇ ਹਾਂ। ਤਾਂ ਆਹ ਕੁਐਸਚਨ ਦੇ ਉੱਪਰ ਆਬਜੈਕਸ਼ਨ ਲੱਗੀ ਸੀਗੀ, ਮੈਂ ਨਾਲ ਨਾਲ ਤੁਹਾਨੂੰ ਤਾਂ ਦੱਸ ਰਿਹਾ ਕਿਉਂਕਿ ਅੱਗੇ ਜਾ ਕੇ ਤੁਹਾਡਾ ਕੁਐਸਚਨ ਗਲਤ ਹੋ ਸਕਦਾ ਹੈ। ਤਾਂ ਇਹ PSSS ਬੋਰਡ ਨੇ ਆਬਜੈਕਸ਼ਨ ਲਾਈ ਸੀ। ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਵਨ ਆਫ ਦਾ ਫੋਰ ਮੇਜਰ ਡਾਟਾ ਪ੍ਰੋਸੈਸਿੰਗ ਫੰਕਸ਼ਨ ਆਫ ਦਾ ਕੰਪਿਊਟਰ। ਤਾਂ ਕੰਪਿਊਟਰ ਲਿਖਿਆ ਵਿੱਚੋਂ ਕਿਹੜਾ ਜਿਹੜਾ ਕੰਪਿਊਟਰ ਦਾ ਜਿਹੜਾ ਹੈਗਾ ਡਾਟਾ ਪ੍ਰੋਸੈਸਿੰਗ ਸੰਬੰਧੀ ਕਹਿੰਦਾ ਜਿਹੜਾ ਫੰਕਸ਼ਨ ਨਹੀਂ ਹੈਗਾ। ਤਾਂ ਉੱਥੇ ਬੱਚੇ ਜਿਹੜੀ ਉਹਨਾਂ ਨੇ ਆਪਸ਼ਨ ਠੀਕ ਕੀਤੀ ਸੀ ਉਹ ਗੈਦਰਿੰਗ ਡਾਟਾ ਸੀ, ਜਿਹੜੀ ਬਾਅਦ ਚ ਆਬਜੈਕਸ਼ਨ ਲੱਗ ਗਈ ਸੀ। ਤਾਂ ਇਹਦਾ ਰਾਈਟ ਆਨਸਰ ਬਣਦਾ ਰਾਜੇ ਐਨਾਲਿਸਿੰਗ ਦਾ ਡਾਟਾ ਔਰ ਇਨਫੋਰਮੇਸ਼ਨ। ਹੁਣ ਦੇਖੋ ਜਿਹੜਾ ਕੰਪਿਊਟਰ ਹੈਗਾ ਰਾਜੇ ਉਹਦਾ ਆਪਦਾ IQ ਨਹੀਂ ਹੁੰਦਾ, ਆਪਦਾ ਦਿਮਾਗ ਨਹੀਂ ਹੁੰਦਾਗਾ। ਉਹ ਅਕੋਰਡਿੰਗ ਟੂ ਉਸ ਤਰ੍ਹਾਂ ਕੰਮ ਕਰਦਾ ਜੋ ਉਹਨੂੰ ਇੰਸਟਰਕਸ਼ਨ ਦਿੱਤੀਆਂ ਜਾਂਦੀਆਂ। ਲਾਈਕ ਜਿਵੇਂ ਕੋਈ ਸੌਫਟਵੇਅਰ ਹੈ, ਸੌਫਟਵੇਅਰ ਦੇ ਅੰਦਰ ਕੀ ਹੁੰਦੀ ਹੈ, ਕੋਡਿੰਗ ਹੁੰਦੀ ਹੈ, ਪ੍ਰੋਗਰਾਮਿੰਗ ਹੁੰਦੀ ਹੈ, ਉਹਦੇ ਅੰਦਰ ਕੀ ਹੁੰਦੀਆਂ ਨੇ, ਇੰਸਟਰਕਸ਼ਨਸ ਹੁੰਦੀਆਂ ਨੇ, ਸਟੈਪ ਹੁੰਦੇ ਨੇ, ਉਹ ਸਟੈਪ ਉਹ ਫੋਲੋ ਕਰਦਾ ਹੈ। ਤਾਂ ਗੈਦਰਿੰਗ ਡਾਟਾ ਦੇਖੋ, ਗੈਦਰਿੰਗ ਡਾਟਾ ਹੁਣ ਕਈ ਬੱਚੇ ਕਹਿੰਦੇ ਸਰ ਜੀ ਗੈਦਰਿੰਗ ਡਾਟਾ ਥੋੜੀ ਕਰਦਾ ਕੰਪਿਊਟਰ। ਜਦ ਜਿਹੜਾ ਇਨਪੁਟ ਕਰਦੇ ਆ ਆਪਾਂ, ਇਨਪੁਟ ਨੂੰ ਗੈਦਰਿੰਗ ਡਾਟਾ ਹੀ ਕਿਹਾ ਜਾਂਦਾ ਹੈ। ਜਿਹੜੀ ਆਪਾਂ ਇਨਪੁਟ ਕਰਦੇ ਆ, ਮੰਨ ਲਓ ਕੀਬੋਰਡ ਤੋਂ ਆਪਾਂ ਕੁਝ ਵੀ ਟਾਈਪ ਕਰਦੇ ਆ ਤਾਂ ਜੋ ਡਾਟਾ ਆਪਾਂ ਟਾਈਪ ਕਰ ਰਹੇ ਹਾਂ ਉਹ ਗੈਦਰ ਹੋ ਰਿਹਾ, ਸਟੋਰ ਹੋ ਰਿਹਾ, ਤਾਂ ਉਹ ਗੈਦਰਿੰਗ ਡਾਟਾ ਹੀ ਹੁੰਦਾ ਹੈ, ਠੀਕ ਹੈ। ਤਾਂ ਸੈਕੰਡ ਕੰਮ ਕੀ ਹੈ, ਪ੍ਰੋਸੈਸਿੰਗ ਡਾਟਾ। ਤਾਂ ਕੰਪਿਊਟਰ ਦੀ ਮੇਨ ਡੈਫੀਨੇਸ਼ਨ ਇਹੀ ਹੈ ਕਿ ਆਪਾਂ ਜਦੋਂ ਕੋਈ ਚੀਜ਼ ਨੂੰ ਆਪਾਂ ਇਨਪੁਟ ਕਰ ਰਹੇ ਹਾਂ, ਇਨਪੁਟ ਮੰਨ ਲਓ ਮੈਂ ਇੱਕ ਇਨਪੁਟ ਕੀਤਾ 2 1 + 1 7,
ਤਾਂ ਮੈਂ ਕੀ ਕਰ ਰਿਹਾ, ਇਨਪੁਟ ਕਰ ਰਿਹਾ। ਤਾਂ ਉਸ ਤੋਂ ਬਾਅਦ ਕੀ ਹੁੰਦੀ ਹੈ ਰਾਜੇ, ਪ੍ਰੋਸੈਸਿੰਗ ਹੁੰਦੀ ਹੈ। ਪ੍ਰੋਸੈਸਿੰਗ ਕੌਣ ਕਰਦਾ, ਆਪਣਾ CPU ਕਰਦਾ ਹੈ। ਉਸ ਤੋਂ ਬਾਅਦ ਆਪਣੇ ਕੋਲ ਕੀ ਆ ਜਾਂਦਾ, ਰਿਜ਼ਲਟ ਆ ਜਾਂਦਾ, ਜਿਹਨੂੰ ਆਪਾਂ ਕਹਿੰਦੇ ਨੇ ਆਊਟਪੁੱਟ। ਤਾਂ 2 + 7 ਕਿੰਨਾ ਹੋ ਗਿਆ, 9। ਤਾਂ 9 ਰਿਜ਼ਲਟ ਆ ਗਿਆ। ਤਾਂ ਪ੍ਰੋਸੈਸਿੰਗ ਤਾਂ ਉਹ ਕਰਦਾ ਹੀ ਕਰਦਾ ਰਾਜੇ ਡਾਟਾ ਦੀ, ਠੀਕ ਹੈ। ਡਾਟਾ ਨੂੰ ਕਿਹਦੇ ਚੇਂਜ ਕਰ ਦਿੰਦਾ, ਇਨਫੋਰਮੇਸ਼ਨ ਦੇ ਵਿੱਚ ਚੇਂਜ ਕਰ ਦਿੰਦਾ ਹੈ, ਠੀਕ ਹੈ ਜੀ। ਤਾਂ ਸਟੋਰ ਡਾਟਾ ਵੀ ਕਰਦਾ ਹੈ। ਤਾਂ ਕਹਿਣ ਦਾ ਮਤਲਬ ਜਿਹੜਾ ਐਨਾਲਿਸਿਸ ਡਾਟਾ ਨਹੀਂ ਕਰਦਾਗਾ, ਐਨਾਲਿਸਿਸ ਦਾ ਮਤਲਬ ਹੁੰਦਾ ਕਿ ਪਾਰਟਿਕੂਲਰਲੀ ਡਾਟਾ ਨੂੰ ਚੈੱਕ ਨਹੀਂ ਕਰਦਾ ਵੀ ਡਾਟਾ ਜਿਹੜਾ ਇਨਪੁਟ ਹੋ ਰਿਹਾ ਕਿਸ ਤਰ੍ਹਾਂ ਡਾਟਾ ਹੈਗਾ, ਠੀਕ ਹੈ। ਐਨਾਲਿਸਿਸ ਨਹੀਂ ਕਰਦਾ ਭਾਈ। ਤਾਂ ਰਾਈਟ ਆਂਸਰ ਸੀ ਹੈ ਇਹਦਾ। ਓਕੇ ਹੈ ਜੀ। ਤਾਂ ਅੱਗੇ ਗੱਲ ਕਰਦੇ ਹਾਂ ਜੀ, ਨੈਕਸਟ ਕੁਐਸਚਨ ਵੱਲ ਵਧਦੇ ਹਾਂ। ਬਹੁਤ ਇੰਪੋਰਟੈਂਟ ਕੁਐਸਚਨ ਹੈ, ਵੈਰੀ ਵੈਰੀ ਇੰਪੋਰਟੈਂਟ ਕੁਐਸਚਨ। ਕਹਿੰਦਾ ਜੀ ਜਿਹੜੀ ਡੈਲ ਕੀ ਹੈਗੀ ਆ, ਡਿਲੀਟ ਕੀ। ਡਿਲੀਟ ਕੀ ਸਾਰਿਆਂ ਨੇ ਦੇਖੀ, ਅਗਰ ਨਹੀਂ ਦੇਖੀ ਤੁਹਾਨੂੰ ਮੈਂ ਦਿਖਾ ਦਿੰਦਾ ਰਾਜੀ। ਆਹ ਹੁੰਦੀ ਹੈ ਜੀ ਤੁਹਾਡੀ ਡਿਲੀਟ ਕੀ। ਤਾਂ ਕਹਿੰਦਾ ਜੀ ਡਿਲੀਟ ਕੀ ਇਜ਼ ਯੂਜ਼ਡ ਟੂ ਡਿਲੀਟ ਦਾ ਕਰੈਕਟਰ ਟੂ ਦਾ ਡੈਸ਼ ਆਫ ਕਰਸਰ। ਤਾਂ ਡਿਲੀਟ ਕੀ ਹੁੰਦੀ ਹੈ ਰਾਜੀ, ਤੁਹਾਨੂੰ ਮੈਂ ਦੱਸ ਦਿੰਦਾ। ਮੰਨ ਲਓ ਮੈਂ ਇੱਥੇ ਕੀ ਲਿਖਿਆ ਹੋਇਆ, ਇੱਕ ਹੈਲੋ ਵਰਡ ਲਿਖਿਆ ਹੋਇਆ ਹੈ। ਹੁਣ ਮੇਰਾ ਕਰਸਰ ਐਟ ਪ੍ਰੈਜ਼ੈਂਟ ਕਿੱਥੇ ਆ, ਇਹ ਫਰੰਟ ਤੇ ਹੈ। ਤਾਂ ਮੈਂ ਐਚ ਨੂੰ ਡਿਲੀਟ ਕਰਨਾ, ਤਾਂ ਮੈਂ ਕਿਹੜੀ ਕੀ ਨੱਪੂਗਾ, ਡਿਲੀਟ ਕੀ ਨੱਪੂਗਾ, ਕਿਉਂਕਿ ਇਹ ਕੀ ਕਰਦੀ ਆ, ਰਾਈਟ ਸਾਈਡ ਤੋਂ ਡਿਲੀਟ ਕਰਦੀ ਹੈ। ਤਾਂ ਇਹ ਕਰਸਰ ਦੇ ਰਾਈਟ ਸਾਈਡ ਤੋਂ ਡਿਲੀਟ ਕਰਦੀ ਹੈ। ਜੇ ਮੰਨ ਲਓ ਮੇਰਾ ਕਰਸਰ ਇੱਥੇ ਆ, ਮੈਂ O ਨੂੰ ਡਿਲੀਟ ਕਰਨਾ, ਤਾਂ ਉਹਦੇ ਵਾਸਤੇ ਕਿਹੜੀ ਕੀ ਹੁੰਦੀ ਹੈ, ਬੈਕ ਸਪੇਸ। ਕਿਹੜੀ ਹੁੰਦੀ ਹੈ ਰਾਜੇ, ਬੈਕ ਸਪੇਸ ਕੀ। ਤਾਂ ਬੈਕ ਸਪੇਸ ਕੀ ਦੇ ਉੱਪਰ ਹੀ ਸਿੰਬਲ ਬਣਿਆ ਹੁੰਦਾ ਐ ਵਾਲਾ। ਤਾਂ ਬੈਕ ਸਪੇਸ ਕੀ ਕਰਦੀ ਹੈ, ਲੈਫਟ ਸਾਈਡ ਤੋਂ ਡਿਲੀਟ ਕਰਦੀ ਹੈ। ਡੈਲ ਕੀ ਕਰਦੀ ਹੈ, ਰਾਈਟ ਸਾਈਡ ਤੋਂ ਕਰਦੀ ਹੈ। ਤਾਂ ਇਹ ਦੋਨੇ ਕੁਐਸਚਨ ਮੋਸਟ ਇੰਪੋਰਟੈਂਟ ਨੇ, ਇਹ ਤੁਹਾਡੇ ਪੀਟੀਆਰ ਪਲੱਸ ਬੋਰਡ 'ਚ ਬਹੁਤ ਪੁੱਛੇ ਜਾਂਦੇ ਆ। ਤਾਂ ਪਲੀਜ਼ ਇਹਨੂੰ ਕਰ ਲਿਓ ਧਿਆਨ ਦੇ ਨਾਲ। ਨੈਕਸਟ ਕੁਐਸਚਨ ਵੱਲ ਵਧਦੇ ਹਾਂ ਆਪਾਂ। ਕਹਿੰਦਾ ਜੀ ਐਨ ਈਮੇਲ, ਈਮੇਲ ਕੀ ਹੁੰਦਾ ਜੀ, ਇਲੈਕਟ੍ਰੋਨਿਕ ਮੇਲ ਜਿਹਨੂੰ ਆਪਾਂ ਕਹਿ ਦਿੰਦੇ ਆ। ਕਹਿੰਦਾ ਜੀ ਐਨ ਈਮੇਲ ਅਕਾਊਂਟ ਇਨਕਲੂਡ ਏ ਸਟੋਰੇਜ ਏਰੀਆ ਆਫਟਨ ਕਾਲਡ। ਜਿਹੜਾ ਸਟੋਰੇਜ ਏਰੀਆ ਹੁੰਦਾ, ਜਿਵੇਂ ਮੰਨ ਲਓ ਤੁਹਾਡੇ ਮੋਬਾਈਲ ਦੇ ਵਿੱਚ ਵੀ ਸਟੋਰੇਜ ਏਰੀਆ ਹੁੰਦਾ, ਉਹਨੂੰ ਆਪਾਂ ਕੀ ਕਹਿੰਦੇ ਆ, ਈਮੇਲ ਦੇ ਵਿਦ ਰਿਸਪੈਕਟ ਪੁੱਛ ਰਿਹਾ। ਅਟੈਚਮੈਂਟ ਕਹਿੰਦੇ ਆ, ਹਾਈਪਰਲਿੰਕ ਕਹਿੰਦੇ ਆ, ਮੇਲ ਬਾਕਸ ਜਾਂ ਆਈਪੀ ਐਡਰੈਸ। ਤਾਂ ਇਹਨੂੰ ਆਪਾਂ ਕਹਿ ਦਿੰਦੇ ਰਾਜੇ ਮੇਲ ਬਾਕਸ, ਜਿਹਨੂੰ ਆਪਾਂ ਇਨਬਾਕਸ ਵੀ ਕਹਿ ਦਿੰਦੇ ਆ। ਕਈ ਵਾਰੀ ਇਨਬਾਕਸ ਤੁਹਾਡੇ ਮੋਬਾਈਲ 'ਚ ਵੀ ਹੁੰਦਾ ਹੈ ਨਾ। ਤਾਂ ਇਨਬਾਕਸ ਦੇ ਵਿੱਚ ਕੀ ਹੁੰਦੇ, ਆਪਣੇ ਰੀਡ ਮੈਸੇਜ ਹੁੰਦੇ ਆ। ਤਾਂ ਜੇ ਮੈਂ ਅਟੈਚਮੈਂਟ ਦੀ ਗੱਲ ਕਰਾਂ ਰਾਜੇ, ਮੰਨ ਲਓ ਕੋਈ ਵੀ ਫਾਈਲ, ਕੋਈ ਵੀ ਵੀਡੀਓ, ਆਡੀਓ, ਪੀਡੀਐਫ ਆਪਾਂ ਅਟੈਚ ਕਰਦੇ ਉਹਨੂੰ ਅਟੈਚਮੈਂਟ ਕਹਿ ਦਿੰਦੇ ਆ, ਠੀਕ ਹੈ ਜੀ। ਹਾਈਪਰਲਿੰਕ ਕੀ ਹੁੰਦਾ, ਹਾਈਪਰਲਿੰਕ ਹੁੰਦਾ ਅਗਰ ਇੰਟਰਨੈਟ ਦੇ ਉੱਪਰ ਆਪਾਂ ਕੋਈ ਵੀ ਮੰਨ ਲਓ ਇੰਟਰਨੈਟ ਦੇ ਉੱਪਰ ਦੋ ਵੈਬ ਪੇਜ ਨੂੰ ਕੀ ਕੀਤਾ ਹੋਇਆ, ਲਿੰਕ ਕੀਤਾ ਹੋਇਆ, ਜਾਂ ਕੋਈ ਫੋਟੋ ਨੂੰ ਲਿੰਕ ਕੀਤਾ ਹੋਇਆ, ਜਾਂ ਤੁਸੀਂ ਕਈ ਵਾਰੀ ਜਾਂਦੇ ਹੋਵੋਗੇ ਉੱਥੇ ਲਿਖਿਆ ਹੁੰਦਾ ਕਈ ਵਾਰੀ ਵੈਬਸਾਈਟ ਤੇ ਕਲਿੱਕ ਹੇਅਰ ਕਲਿੱਕ ਮੀ, ਠੀਕ ਹੈ। ਉੱਤੇ ਕਲਿੱਕ ਕਰਦੇ ਆ, ਤੁਹਾਡੇ ਸਾਹਮਣੇ ਕੋਈ ਨਵੀਂ ਚੀਜ਼ ਖੁੱਲ ਜਾਂਦੀ ਹੈ, ਤਾਂ ਉਹਨੂੰ ਕਹਿ ਦਿੰਦੇ ਆ ਜੀ ਆਪਾਂ ਹਾਈਪਰਲਿੰਕ। ਜੇ ਮੈਂ ਗੱਲ ਕਰਾਂ ਆਈਪੀ ਐਡਰੈਸ ਦੀ, ਦੇਖੋ ਬੇਟਾ ਸਾਰੀਆਂ ਆਪਸ਼ਨਾਂ ਪੜ੍ਹਨੀਆਂ, ਇਹ ਨਾ ਸਮਝੋ ਕਿ 15 ਕੁਐਸਚਨ ਮੈਂ ਕਰਾ ਰਿਹਾ, 15 ਤੋਂ ਕਿੰਨੇ ਕੁਐਸਚਨ ਬਣ ਜਾਣਗੇ। ਮੈਂ ਹਰੇਕ ਆਪਸ਼ਨ ਨੂੰ ਕੀ ਕਰ ਰਿਹਾ, ਐਕਸਪਲੇਨ ਕਰ ਰਿਹਾ, ਜਿਹੜੀ ਕਿ ਤੁਹਾਡੇ ਵਾਸਤੇ ਯੂਜ਼ਫੁਲ ਹੈ। ਤਾਂ ਆਈਪੀ ਐਡਰੈਸ ਦੀ ਫੁੱਲ ਫਾਰਮ ਰਾਜੇ ਤੁਸੀਂ ਮੈਨੂੰ ਕਮੈਂਟ ਕਰਨੀ ਹੈ, ਮੈਂ ਨਹੀਂ ਦੱਸੂਗਾ, ਇਹ ਵੀ ਕੁਐਸਚਨ ਆ ਜਾਂਦਾ ਹੁੰਦਾ। ਤਾਂ ਆਈਪੀ ਐਡਰੈਸ ਦੇ ਰਾਜੇ ਦੋ ਵਰਜ਼ਨ ਆਏ ਹੋਏ ਆ, ਆਈਪੀ ਵਰਜ਼ਨ 4 ਤੇ ਇੱਕ ਆਇਆ ਹੋਇਆ ਜੀ ਆਈਪੀ ਵਰਜ਼ਨ 6, ਠੀਕ ਹੈ। ਇਹਦੀ ਲੈਂਥ ਪੁੱਛ ਲੈਂਦੇ ਹੁੰਦੇ ਰਾਜੇ। ਜਿਹੜਾ ਆਈਪੀ ਵਰਜ਼ਨ 4 ਹੈ ਉਹਦੀ ਲੈਂਥ ਹੈਗੀ ਆ 32 ਬਿਟਸ। ਬਿਟਸ ਦੀ ਗੱਲ ਕਰ ਰਿਹਾ ਮੈਂ, ਬਾਈਟ ਦੀ ਗੱਲ ਨਹੀਂ ਕਰ ਰਿਹਾ। ਤਾਂ ਰਾਜੇ ਜੇ ਕੱਲਾ ਆਈਪੀ ਲਿਖਿਆ ਹੈ ਜਾਂ ਆਈਪੀ ਵਰਜ਼ਨ 4 ਲਿਖਿਆ ਹੈ, ਬਾਈ ਡਿਫਾਲਟ ਆਈਪੀ ਵਰਜ਼ਨ 4 ਨੂੰ ਹੀ ਆਈਪੀ ਕਹਿੰਦੇ ਆ। ਤਾਂ IP6 ਦੀ ਜਿਹੜੀ ਹੈਗੀ ਆ ਲੈਂਥ ਹੈਗੀ ਆ ਉਹ 128 ਬਿਟਸ ਹੈ, ਠੀਕ ਹੈ। ਇਹਦਾ ਐਡਵਾਂਸ ਵਰਜ਼ਨ ਹੈ IP4 ਦਾ, ਤਾਂ ਉਹਦੀ ਹੈਗੀ ਹੈ ਜੀ ਲੈਂਥ 128 ਬਿਟਸ। ਤਾਂ ਕਲੀਅਰ ਹੈ ਜੀ, ਇਹ ਸਾਰੀਆਂ ਆਪਸ਼ਨਾਂ ਕਲੀਅਰ ਹੋ ਗਈਆਂ। ਤਾਂ ਇਹਦਾ ਰਾਈਟ ਆਂਸਰ ਕੀ ਬਣਦਾ ਸੀਗਾ, ਮੇਲ ਬਾਕਸ ਬਣਦਾ ਸੀ। ਅੱਗੇ ਗੱਲ ਕਰਦੇ ਹਾਂ ਜੀ, ਵੈਰੀ ਇੰਪੋਰਟੈਂਟ ਕੁਐਸਚਨ। ਵੈਸੇ ਦੇਖੋ ਇਹ ਕੁਐਸਚਨ ਮੈਂ ਵਾਰ-ਵਾਰ ਇੰਪੋਰਟੈਂਟ ਤਾਂ ਕਹਿ ਰਿਹਾ, ਮੈਂ ਪਹਿਲਾਂ ਪਟਵਾਰੀ ਦੇ ਜਾਣ ਤੋਂ ਪਹਿਲਾਂ ਕਰਾਏ ਸੀ, ਮੈਰਾਥਨ ਕਲਾਸ ਲਾਈ ਸੀ, ਅੱਜ ਵੀ ਪ੍ਰੂਫ ਪਿਆ ਔਰ ਸਾਰੇ ਕਿਰਾਇਆਂ ਦੇ ਵਿੱਚੋਂ ਹੀ ਆਏ ਆ। ਦੇਖੋ ਹੁਣ ਵੀ ਕਿਰਾਇਆਂ ਵਿੱਚੋਂ ਹੀ ਆਉਣਗੇ ਜੇ ਤੁਸੀਂ ਧਿਆਨ ਦੇ ਨਾਲ ਦੇਖੋਗੇ ਰਾਜੇ। ਤਾਂ ਕਹਿੰਦਾ ਜੀ ਵਿਚ ਕੀ ਕੰਬੀਨੇਸ਼ਨ ਇਜ਼ ਯੂਜ਼ਡ ਟੂ ਇਨਸਰਟ ਏ ਲਾਈਨ ਬ੍ਰੇਕ। ਕਈ ਵਾਰੀ ਲਾਈਨ ਬ੍ਰੇਕ ਪੁੱਛ ਲੈਂਦਾ, ਕਈ ਵਾਰੀ ਕਹਿ ਦਿੰਦਾ ਹੁੰਦਾ ਮੈਨੂਅਲ ਲਾਈਨ ਬ੍ਰੇਕ, ਠੀਕ ਹੈ। ਮੈਨੂਅਲ ਲਾਈਨ ਬ੍ਰੇਕ ਪੁੱਛ ਲਵੇ ਜਾਂ ਲਾਈਨ ਬ੍ਰੇਕ ਪੁੱਛ ਲਵੇ। ਤਾਂ ਇਹਦਾ ਰਾਈਟ ਆਂਸਰ ਕੀ ਬਣਦਾ ਜੀ, ਜੇ ਇਨਸਰਟ ਏ ਲਾਈਨ ਬ੍ਰੇਕ ਕਰਨੀ ਹੋਵੇ MS ਵਰਡ ਦੇ ਵਿੱਚ ਤਾਂ ਆਪਾਂ ਕਰਦੇ ਹਾਂ ਜੀ ਸ਼ਿਫਟ ਪਲੱਸ ਐਂਟਰ, ਸ਼ਿਫਟ ਪਲੱਸ ਐਂਟਰ। ਹੁਣ ਬੱਚੇ ਕਨਫਿਊਜ਼ ਹੋ ਜਾਂਦੇ, ਸਰ ਜੀ ਆਲਟ ਪਲੱਸ ਐਂਟਰ ਤੇ ਕੰਟਰੋਲ ਪਲੱਸ ਐਂਟਰ ਕੀ ਕਰਦੇ ਆ। ਤਾਂ ਪਹਿਲਾਂ ਮੈਂ ਗੱਲ ਕਰਾਂ ਜੀ, ਕੰਟਰੋਲ ਪਲੱਸ ਐਂਟਰ ਵੀ ਵਰਡ ਦੇ ਵਿੱਚ ਹੀ ਯੂਜ਼ ਹੁੰਦਾ। ਇਹ ਹੁੰਦਾ ਜੀ ਪੇਜ ਬ੍ਰੇਕ ਵਾਸਤੇ। ਕਾਹਦੇ ਵਾਸਤੇ ਹੁੰਦਾ ਰਾਜੇ, ਪੇਜ ਨੂੰ ਬ੍ਰੇਕ ਕਰਨ ਵਾਸਤੇ, ਹਨਾ। ਮੰਨ ਲਓ ਮੇਰਾ ਆ ਪੇਜ ਹੈ MS ਵਰਡ ਦਾ, ਮੈਂ ਇੱਥੋਂ ਕੀ ਆ ਮੰਨ ਲਓ ਇਸ ਜਗ੍ਹਾ ਤੋਂ ਕੀ ਕਰਨਾ, ਬ੍ਰੇਕ ਕਰਨਾ। ਤਾਂ ਇਹ ਪੇਜ ਕੀ ਬਣ ਜਾਣਗੇ, ਪੇਜ ਨੰਬਰ 1 ਬਣ ਜਾਊਗਾ, ਪੇਜ ਨੰਬਰ 2 ਬਣ ਜਾਊਗਾ। ਤਾਂ ਮੈਨੂਅਲੀ ਮੈਂ ਉਹਨੂੰ ਪੇਜ ਬ੍ਰੇਕ ਕਰ ਸਕਦਾ, ਠੀਕ ਹੈ। ਇਹ ਫੰਕਸ਼ਨ ਪਲੱਸ ਐਂਟਰ ਕੋਈ ਚੱਕਰ ਨਹੀਂ ਹੁੰਦਾਗਾ। ਹੁਣ ਆਲਟ ਐਂਟਰ ਦੀ ਗੱਲ ਕਰਦੇ ਰਾਜੇ, ਇਹ ਹੁੰਦਾ ਜੀ ਐਕਸਲ ਦੇ ਵਿੱਚ ਯੂਜ਼। ਹੁਣ ਆਲਟ ਪਲੱਸ ਐਂਟਰ ਕੀ ਹੁੰਦਾ, ਆਲਟ ਪਲੱਸ ਐਂਟਰ ਇਹ ਚੀਜ਼ ਹੁੰਦੀ ਹੈ ਜੀ। ਦੇਖੋ ਮੰਨ ਲਓ ਮੈਂ ਕੋਈ ਨਾਮ ਲਿਖਣਾ ਹੈ, ਮੈਂ ਕੋਈ ਲਾਈਨ ਲਿਖਣੀ ਹੈ, ਟੋਟਲ ਕਾਸਟ ਆਫ ਦਾ ਸੇਲ। ਇਹ ਕੀ ਆ ਰਹੀ ਹੈ ਜੀ, ਦੇਖੋ ਇਹ ਨਾ, ਦੇਖੋ ਹੁਣ ਪੂਰੀ ਮਤਲਬ ਮਸਾਂ ਹੀ ਫਿੱਟ ਹੋ ਰਹੀ ਹੈ। ਮੈਂ ਚਾਹਣਾ ਕਿ ਟੋਟਲ ਕੋਸਟ ਉੱਪਰ ਆ ਜਾਵੇ, ਆਫ ਸੇਲ ਥੱਲੇ ਆ ਜਾਵੇ, ਇੱਕੋ ਸੈੱਲ ਦੇ ਵਿੱਚ ਐਡਜਸਟ ਹੋ ਜਾਏ। ਉਹਦੇ ਵਾਸਤੇ ਮੈਂ ਕਰੂੰਗਾ ਆਲਟ, ਜਿੱਥੋਂ ਮੈਂ ਬ੍ਰੇਕ ਕਰਨੀ ਹੈ, ਲਾਈਨ ਬ੍ਰੇਕ ਕਰਨੀ ਹੈ, ਤਾਂ ਆਲਟ ਪਲੱਸ ਐਂਟਰ। ਲਾਈਨ ਦਾ ਮਤਲਬ ਕੀ, ਸੈੱਲ ਨੂੰ ਬ੍ਰੇਕ ਕਰਨਾ ਹੈ। ਤਾਂ ਕਿਉਂਕਿ ਤੁਹਾਨੂੰ ਪਤਾ ਹੈ ਰੋਜ਼ ਤੇ ਕਾਲਮ ਹੁੰਦੀਆਂ ਨੇ, ਜਿੱਥੇ ਰੋਜ਼ ਤੇ ਕਾਲਮ ਮਿਲਦੀਆਂ ਨੇ ਉੱਥੇ ਇੱਕ ਬਾਕਸ ਬਣਦਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਸੈੱਲ।
ਤਾਂ ਸੈੱਲ ਦੇ ਵਿੱਚ ਕਿਸੇ ਚੀਜ਼ ਨੂੰ ਬ੍ਰੇਕ ਕਰਨਾ ਆਪਾਂ ਕੀ ਨੱਪਦੇ ਹਾਂ ਜੀ, ਆਲਟ ਪਲੱਸ ਐਂਟਰ। ਤਾਂ ਸ਼ਿਫਟ ਪਲੱਸ ਐਂਟਰ ਵਰਡ ਦੇ ਵਿੱਚ ਮੈਨੂਅਲ ਲਾਈਨ ਬ੍ਰੇਕ ਵਾਸਤੇ, ਆਲਟ ਪਲੱਸ ਐਂਟਰ ਐਕਸਲ ਦੇ ਵਿੱਚ, ਤੇ ਕੰਟਰੋਲ ਪਲੱਸ ਐਂਟਰ ਪੇਜ ਬ੍ਰੇਕ ਵਾਸਤੇ। ਆਈ ਹੋਪ ਤੁਸੀਂ ਹੁਣ ਨਹੀਂ ਕਨਫਿਊਜ਼ ਹੋਵੋਗੇ ਕਦੇ ਵੀ, ਤਾਂ ਇਸ ਤਰ੍ਹਾਂ ਤੁਸੀਂ ਪੜ੍ਹਨਾ ਧਿਆਨ ਦੇ ਨਾਲ। ਅੱਗੇ ਗੱਲ ਕਰਦੇ ਆ ਜੀ, ਕਹਿੰਦਾ ਮੂਵਮੈਂਟਸ ਆਫ ਦਾ ਸਿਗਨਲ ਬਿਟਵੀਨ ਦਾ CPU ਐਂਡ ਇਨਪੁਟ ਆਊਟਪੁੱਟ ਇਜ਼ ਕੰਟਰੋਲਡ ਬਾਈ। ਠੀਕ ਹੈ, ਮੰਨ ਲਓ ਕੋਈ ਮੈਂ ਇਨਪੁਟ ਦੇ ਰਿਹਾ, ਆਊਟਪੁੱਟ ਦੇ ਰਿਹਾ, ਡਾਟਾ ਐਂਟਰ ਕਰ ਰਿਹਾ, ਉਹ ਡਾਟਾ ਕਿੱਥੇ ਆ ਕੇ ਸਟੋਰ ਹੋਊਗਾ, ਕਿਵੇਂ ਉਹਦੀ ਪ੍ਰੋਸੈਸਿੰਗ ਹੋਊਗੀ, ਜਾਂ ਆਊਟਪੁੱਟ ਕਿੱਦਾਂ ਜਨਰੇਟ, ਮਤਲਬ ਪ੍ਰੋਸੈਸਿੰਗ ਤੋਂ ਬਾਅਦ ਆਊਟਪੁੱਟ ਕਿੱਦਾਂ ਜਨਰੇਟ ਹੋਊਗੀ, ਕਿੱਦਾਂ ਡਿਸਪਲੇ ਹੋਊਗੀ, ਇਹ ਸਾਰਾ ਕੁਝ ਕੌਣ ਦੇਖਦਾ ਹੈ ਰਾਜੇ। ਤੁਹਾਨੂੰ ਇੱਕ ਬਲੌਕ ਡਾਇਆਗ੍ਰਾਮ ਦਿਖਾਉਣਾ ਮੈਂ ਕੰਪਿਊਟਰ ਦੀ। ਦੇਖੋ ਕੰਪਿਊਟਰ ਦੇ ਤਿੰਨ ਮੇਨ ਪਾਰਟ ਹੁੰਦੇ, ਇੱਕ ਹੁੰਦਾ ਇਨਪੁਟ ਯੂਨਿਟ, ਇੱਕ ਹੁੰਦਾ ਜੀ ਸੈਂਟਰਲ ਪ੍ਰੋਸੈਸਿੰਗ ਯੂਨਿਟ ਜਿਹਨੂੰ ਬ੍ਰੇਨ ਕਹਿ ਦਿੰਦੇ, ਇੱਕ ਹੁੰਦਾ ਜੀ ਥਰਡ ਆਊਟਪੁੱਟ ਯੂਨਿਟ। ਹੁਣ ਦੇਖੋ CPU ਦੇ ਅੰਦਰ ਮੇਨ ਚੀਜ਼ ਕੀ ਹੁੰਦੀ ਹੈ, ਦੇਖੋ ਇੱਕ ਤਾਂ ਹੁੰਦਾ ਜੀ ALU ਅਰਥਮੈਟਿਕ ਲੌਜਿਕ ਯੂਨਿਟ। ਇਹਦਾ ਕੰਮ ਕੀ ਹੈ, ਪਲੱਸ ਕਰਨਾ, ਮਾਈਨਸ, ਡਿਵਾਈਡ, ਠੀਕ ਹੈ, ਮੋਡੂਲਸ ਕੱਢਣਾ, ਠੀਕ ਹੈ, ਤੇ ਮਲਟੀਪਲਾਈ ਕਰਨਾ। ਤੇ ਲੌਜਿਕ ਦਾ ਮਤਲਬ ਹੁੰਦਾ ਗ੍ਰੇਟਰ ਦੈਨ, ਲੈਸ ਦੈਨ ਲੱਭਣਾ, ਗ੍ਰੇਟਰ ਦੈਨ ਇਕੁਅਲ ਟੂ, ਲੈਸ ਦੈਨ ਇਕੁਅਲ ਟੂ, ਨਾਟ ਇਕੁਅਲ ਟੂ, ਜਿੰਨੇ ਵੀ ਆਪਰੇਸ਼ਨ ਹੋਣਗੇ ਲੌਜਿਕ ਆਪਰੇਸ਼ਨ ਹੋਣਗੇ ਇਹ ਕਰੂਗਾ। ਮੈਮਰੀ ਦਾ ਕੰਮ ਹੁੰਦਾ ਜਿੱਥੇ ਪ੍ਰੋਸੈਸਿੰਗ ਹੋਣੀ ਹੈ, ਮੇਨ ਮੈਮਰੀ ਕਿਹੜੀ ਹੁੰਦੀ ਹੈ, ਰੈਂਡਮ ਐਕਸੈਸ ਮੈਮਰੀ, ਰੈਮ ਹੁੰਦੀ ਹੈ। ਠੀਕ ਹੈ ਜੀ। ਤਾਂ ਆਕਸਿਲਰੀ ਮੈਮਰੀ ਕਿਹੜੀ ਹੁੰਦੀ, ਜਿਹਨੂੰ ਆਪਾਂ ਸੈਕੰਡਰੀ ਮੈਮਰੀ ਕਹਿ ਦਿੰਦੇ ਆ, ਹਾਰਡ ਡਿਸਕ। ਦੇਖੋ ਸਾਰਾ ਕੁਝ ਤੁਹਾਡੇ ਸਾਹਮਣੇ ਐਕਸਪਲੇਨ ਹੋ ਰਿਹਾ। ਤਾਂ ਥਿਊਰੀ ਆਪਾਂ ਪੜ੍ਹੀ ਹੋਈ ਹੈ, ਇਸ ਤਰ੍ਹਾਂ ਆਪਾਂ ਬਹੁਤ ਫਟਾਫਟ ਹਰੇਕ ਚੀਜ਼ ਨੂੰ ਕੀ ਕਰਨਾ ਹੈ, ਕੈਚ ਕਰਨਾ, ਠੀਕ ਹੈ, ਦਿਮਾਗ ਦੇ ਵਿੱਚ ਸਟੋਰ ਕਰਨਾ ਹੈ। ਹੁਣ ਕੰਟਰੋਲ ਯੂਨਿਟ ਦਾ ਕੰਮ ਕੀ ਹੈ ਕਿ ਜਿੱਥੋਂ ਇਥੋਂ ਡਾਟਾ ਐਂਟਰ ਹੋਇਆ ਉਹ ਡਾਟਾ ਕਿੱਥੇ ਜਾਊਗਾ। ਜੇ ਮੰਨ ਲਓ CPU RAM ਬਿਜ਼ੀ ਆ ਤਾਂ ਡਾਟਾ ਕਿੱਥੇ ਸਟੋਰ ਹੋਊਗਾ, ਕਿਹਦੇ ਕੋਲੇ ਜਾਊਗਾ, ਜੇ ਪ੍ਰੋਸੈਸਿੰਗ ਹੋਗੀ ਕਿੱਥੇ ਜਾਊਗਾ, ਸਾਰਾ ਕੁਝ ਕੌਣ ਕੰਟਰੋਲ ਕਰੂਗਾ, ਤਾਂ ਕੰਟਰੋਲ ਯੂਨਿਟ ਕੰਟਰੋਲ ਕਰੂਗਾ। ਤਾਂ ਇਹਦਾ ਰਾਈਟ ਆਂਸਰ ਕੀ ਬਣੂਗਾ ਜੀ, ਕੰਟਰੋਲ ਯੂਨਿਟ। ਤਾਂ ਮੈਂ ਪਿੱਛੇ ਜਾਣਾ ਜੀ, ਦੇਖੋ ਇਹਨੇ ਪੁੱਛਿਆ ਕੀ ਸੀਗਾ, ਕਹਿੰਦਾ ਜੀ ਮੂਵਮੈਂਟ ਆਫ ਸਿਗਨਲ ਜਿੰਨੇ ਵੀ ਮੂਵਮੈਂਟ ਹੁੰਦੀ ਆ ਕੌਣ ਕੌਣ ਕਰਦਾ, ਮਤਲਬ ਹੈਂਡਲ ਕੌਣ ਕਰਦਾ, ਕੰਟਰੋਲ ਕੌਣ ਕਰਦਾ, ਤਾਂ ਕੰਟਰੋਲ ਯੂਨਿਟ ਕਰਦਾ, ਤੁਹਾਨੂੰ ਮੈਂ ਦੱਸਦਾ। ਠੀਕ ਹੈ ਜੀ। ਤਾਂ ਨੈਕਸਟ ਕੁਐਸਚਨ ਵੱਲ ਮੂਵ ਕਰਦੇ ਹਾਂ ਆਪਾਂ। ਨੈਕਸਟ ਕੁਐਸਚਨ ਅੱਗੇ ਆ ਗਿਆ ਜੀ, ਬਹੁਤ ਵਧੀਆ ਕੁਐਸਚਨ। ਕਹਿੰਦਾ ਜੀ ਵਟ ਟਾਈਪ ਆਫ ਕੰਪਿਊਟਰ ਕੁਡ ਬੀ ਫਾਊਂਡ ਇਨ ਦਾ ਡਿਜੀਟਲ ਵਾਚ। ਵਾਚ ਜਿਹੜੀ ਅੱਜ ਕੱਲ ਤੁਸੀਂ ਸਾਰੇ ਪਾਉਣੇ ਹੋ ਹਨਾ, ਐਪਲ ਦੀ ਵਾਚ ਸਾਰੇ ਜ਼ਿਆਦਾ ਪਾਉਂਦੇ ਆ। ਤਾਂ ਡਿਜੀਟਲ ਕੰਪਿਊਟਰ ਦੀ ਆਪਾਂ ਗੱਲ ਕਰਦੇ ਹਾਂ ਬਾਅਦ ਦੇ ਵਿੱਚ। ਆਪਾਂ ਦੇਖੋ ਚਾਰ ਆਪਸ਼ਨ ਆਪਣੇ ਸਾਹਮਣੇ ਪਈਆਂ, ਇੱਕ ਤਾਂ ਮੇਨ ਫਰੇਮ ਕੰਪਿਊਟਰ, ਇੱਕ ਸੁਪਰ ਕੰਪਿਊਟਰ, ਇੱਕ ਐਮਬੈਡਡ ਕੰਪਿਊਟਰ, ਤੇ ਇੱਕ ਨੋਟਬੁੱਕ ਕੰਪਿਊਟਰ। ਠੀਕ ਹੈ ਜੀ। ਇਹ ਸਾਰੀਆਂ ਆਪਸ਼ਨਾਂ ਦੇ ਬਾਰੇ ਆਪਾਂ ਜਾਣ ਕੇ ਜਾਵਾਂਗੇ, ਸਾਰੀਆਂ ਆਪਸ਼ਨਾਂ ਬਹੁਤ ਜ਼ਰੂਰੀ ਨੇ। ਹੁਣ ਅਗਰ ਮੈਂ ਗੱਲ ਕਰਾਂ ਰਾਜੇ, ਮੇਨ ਫਰੇਮ ਕੰਪਿਊਟਰ ਤੁਸੀਂ ਦੇਖੇ ਹੋਣਗੇ ਜਿਹੜੇ ਕਿ ਬਹੁਤ ਵੱਡੇ ਵੱਡੇ ਕੰਪਿਊਟਰ ਹੁੰਦੇ ਆ, ਤਾਂ ਹੀ ਇਹਦਾ ਨਾਮ ਮੇਨ ਫਰੇਮ ਹੈ। ਇਹ ਵੈਰੀ ਲਾਰਜ ਇਨ ਸਾਈਜ਼ ਹੁੰਦੇ ਆ, ਤੇ ਕਿਸੇ ਆਰਗੇਨਾਈਜੇਸ਼ਨ ਦੇ ਵਿੱਚ ਹੋ ਸਕਦੇ ਜਿੱਥੇ ਕਿ ਤੁਸੀਂ ਇਹਨੂੰ ਐਜ਼ ਅ ਸਰਵਰ ਯੂਜ਼ ਕਰਦੇ ਹੋ, ਜਿੱਥੇ ਬਾਕੀ ਸਾਰੇ ਕੰਪਿਊਟਰ ਦੇ ਨਾਲ ਅਟੈਚ ਹੁੰਦੇ ਆ। ਤਾਂ ਇਹ ਹੁੰਦੇ ਨੇ ਜੀ ਤੁਹਾਡੇ ਮੇਨ ਫਰੇਮ ਕੰਪਿਊਟਰ। ਬਹੁਤ ਵੱਡਾ ਲਾਰਜ ਸਾਈਜ਼ ਹੁੰਦਾ ਔਰ ਕਾਫੀ ਪਾਵਰਫੁਲ ਹੁੰਦੇ ਆ ਕੰਪਿਊਟਰ। ਇਹ ਤਾਂ ਹੈਗੇ ਜੀ ਤੁਹਾਡੇ ਮੇਨ ਫਰੇਮ ਕੰਪਿਊਟਰ। ਅਗਰ ਮੈਂ ਗੱਲ ਕਰਾਂ ਸੁਪਰ ਕੰਪਿਊਟਰ ਕੀ ਹੈ ਰਾਜੇ, ਸੁਪਰ ਕੰਪਿਊਟਰ ਜਿੱਥੇ ਕੋਈ ਸਾਇੰਟੀਫਿਕ ਕੈਲਕੂਲੇਸ਼ਨਸ ਹੁੰਦੀਆਂ ਨੇ, ਬਹੁਤ ਫਾਸਟਲੀ ਆਪਾਂ ਕੰਮ ਕਰਨਾ, ਉੱਥੇ ਸੁਪਰ ਕੰਪਿਊਟਰ ਯੂਜ਼ ਕੀਤਾ ਜਾਂਦਾ ਹੈ। ਤਾਂ ਇੱਕ ਪੁੱਛਿਆ ਜਾਂਦਾ ਹੁੰਦਾ ਰਾਜੇ, ਸਪੀਡ ਆਫ ਦਾ ਸੁਪਰ ਕੰਪਿਊਟਰ ਕਿਹਦੇ ਵਿੱਚ ਮੈਜ਼ਰ ਕਰਦੇ ਆ ਆਪਾਂ, ਫਲॉप्स ਦੇ ਵਿੱਚ ਕਰਦੇ ਆ। ਕਿਹਦੇ ਵਿੱਚ ਕਰਦੇ ਆ ਰਾਜੇ, ਫਲॉप्स ਦੇ ਵਿੱਚ ਕਰਦੇ ਆ, ਜਿਹਨੂੰ ਆਪਾਂ ਕੀ ਕਹਿ ਦਿੰਦੇ ਆ ਰਾਜੇ, ਫਲੋਟਿੰਗ ਪੁਆਇੰਟ। ਮੈਂ ਲਿਖ ਦਿੰਦਾ ਫਲੋਟਿੰਗ ਪੁਆਇੰਟਸ। ਠੀਕ ਹੈ ਜੀ। ਫਲੋਟਿੰਗ ਪੁਆਇੰਟ ਆਪਰੇਸ਼ਨਸ ਪਰ ਸੈਕਿੰਡ। ਠੀਕ ਹੈ, ਥੋੜੀ ਜੀ ਲਿਖਾਈ ਐਡਜਸਟ ਕਰ ਲਿਓ। ਇਹ ਤਾਂ ਹੋ ਗਈ ਜੀ ਸਪੀਡ ਆਫ ਕੰਪਿਊਟਰ। ਠੀਕ ਹੈ, ਸੁਪਰ ਕੰਪਿਊਟਰ ਦੀ ਸਪੀਡ ਹੁੰਦੀ ਹੈ ਫਲੋਟਿੰਗ ਪੁਆਇੰਟਸ ਆਪਰੇਸ਼ਨਸ ਪਰ ਸੈਕਿੰਡ। ਤੁਸੀਂ ਮੈਨੂੰ ਕੱਲਾ ਸਿੰਪਲ ਕੰਪਿਊਟਰ ਦੀ ਸਪੀਡ ਦੱਸਣੀ ਹੈ, ਕਮੈਂਟ ਬਾਕਸ ਦੇ ਵਿੱਚ ਸਿੰਪਲ ਕੰਪਿਊਟਰ ਦੀ ਸਪੀਡ ਦੱਸਣੀ ਹੈ। ਇਸ ਤੋਂ ਬਾਅਦ ਅਗਰ ਗੱਲ ਕਰੀਏ ਰਾਜੇ, ਜਿਹੜਾ ਸੁਪਰ ਕੰਪਿਊਟਰ ਹੈ ਆਪਣੇ ਇੰਡੀਆ ਦਾ ਸੁਪਰ ਕੰਪਿਊਟਰ ਕਿਹੜਾ ਇਸ ਟਾਈਮ ਤੇ, ਵੈਸੇ ਤਾਂ ਪਹਿਲਾਂ ਹੋਰ ਸੀਗਾ। ਦੇਖੋ ਜੇ ਮੈਂ ਪੁਰਾਣੀ ਗੱਲ ਕਰਾਂ ਤਾਂ ਜਿਹੜੀ ਨਵੰਬਰ 2020 ਦੇ ਵਿੱਚ ਲਿਸਟ ਆਈ ਸੀ, 1 ਨਵੰਬਰ 2020 ਦੇ ਵਿੱਚ, ਜਿਹਦੇ ਵਿੱਚ ਨਾ 500 ਰੈਂਕਿੰਗ ਹੁੰਦੀ ਹੈ, 500 ਲਿਸਟ, 500 ਕੰਪਿਊਟਰ ਦੀ ਲਿਸਟ ਹੁੰਦੀ ਹੈ ਵਰਲਡ ਦੀ। ਉਹਦੇ ਵਿੱਚ 63rd ਨੰਬਰ ਤੇ ਆਇਆ ਸੀ, ਮੈਂ ਕਰਾਇਆ ਹੋਇਆ ਆਪਣੇ ਚੈਨਲ ਤੇ। ਠੀਕ ਹੈ, ਉਹ ਪਹਿਲਾਂ ਆਇਆ ਸੀਗਾ, ਉਹ ਹੈਗਾ ਸੀਗਾ ਪਰਮ ਸਿੱਧੀ। ਪਰਮ ਸੀਰੀਜ਼ ਚੱਲ ਰਹੀ ਹੈ ਆਪਣੀ, ਪਰਮ ਸਿੱਧੀ। ਠੀਕ ਹੈ ਜੀ, ਪਰਮ ਸਿੱਧੀ AI, ਇਹਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਕਹਿ ਦਿੰਦੇ ਆ। ਇਹ ਆਇਆ ਸੀ 63rd ਨੰਬਰ ਤੇ। ਪਰ ਜਿਹੜਾ ਲੇਟੈਸਟ ਹੁਣ ਜਨਵਰੀ 2022 ਦੇ ਵਿੱਚ ਇੰਡੀਆ ਨੇ ਅੰਡਰ ਡਿਵੈਲਪਿੰਗ ਆ, ਮਤਲਬ ਡਿਵੈਲਪ ਹੋ ਚੁੱਕਿਆ ਹੁਣ ਤਾਂ, ਲਗਭਗ ਹੋ ਗਿਆ ਹੋਊਗਾ। ਜਨਵਰੀ ਦੀ ਗੱਲ ਕਰਦਾ ਮੈਂ। ਜਿਹੜਾ ਇਸ ਟਾਈਮ ਤੇ ਹੈਗਾ ਉਹ ਹੈਗਾ ਜੀ ਪਰਮ ਪ੍ਰਗਿਆ। ਪਰਮ ਪ੍ਰਗਿਆ। ਠੀਕ ਹੈ, PRABEGA। ਠੀਕ ਹੈ। ਤਾਂ ਹੁਣ ਜਿਹੜੀ ਆ 500 ਲਿਸਟ ਸੀਗੀ, ਜਿਹਦੇ ਵਿੱਚ 63rd ਨੰਬਰ ਤੇ ਆਪਣਾ ਪਰਮ ਸਿੱਧੀ ਆਇਆ ਸੀਗਾ। ਉਹਦੇ ਵਿੱਚ ਜਿਹੜਾ ਨੰਬਰ 1 ਤੇ ਕਿਹੜਾ ਸੀਗਾ, ਉਹ ਜਾਪਾਨ ਦਾ ਸੀਗਾ ਰਾਜੇ। ਕੋਵਿਡ ਦੇ ਕੇਸਿਸ ਸੋਲਵ ਕਰਦਾ ਸੀ, ਫੁਗਾਕੂ। ਠੀਕ ਹੈ ਜੀ, ਇਹ ਜਾਪਾਨ ਦਾ ਸੀਗਾ। ਇਹ ਸਾਰਾ ਕੁਝ ਨੋਟ ਕਰ ਲਿਓ, ਕਈ ਵਾਰ ਪੁੱਛਿਆ ਜਾਂਦਾ ਹੈ। ਤਾਂ ਵਰਲਡ ਦਾ ਇਸ ਟਾਈਮ ਤੇ ਐਟ ਪ੍ਰੈਜ਼ੈਂਟ ਕਿਹੜਾ ਹੈਗਾ, ਉਹ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ। ਠੀਕ ਹੈ, ਇਹ ਤਾਂ ਹੋਗਾ ਜੀ ਸੁਪਰ ਕੰਪਿਊਟਰ ਦੇ ਬਾਰੇ। ਠੀਕ ਹੈ, ਹੁਣ ਆਪਾਂ ਗੱਲ ਕਰਦੇ ਹਾਂ ਜੀ ਐਮਬੈਡਡ ਕੰਪਿਊਟਰ। ਤਾਂ ਇਸ ਕੁਐਸਚਨ ਦਾ ਆਨਸਰ ਵੀ ਐਮਬੈਡਡ ਕੰਪਿਊਟਰ ਬਣਦਾ। ਜਿਵੇਂ ਤੁਹਾਡੀਆਂ ਗੱਡੀਆਂ ਹੋ ਗਈਆਂ, ਗੱਡੀਆਂ ਦੇ ਵਿੱਚ ਜਿੰਨਾ ਵੀ ਆਟੋਮੈਟਿਕ ਸਿਸਟਮ ਲੱਗਦਾ, ਇਹ ਐਮਬੈਡਡ ਕੰਪਿਊਟਰ ਹੁੰਦਾ। ਜਾਂ ਫਿਰ ਜੇ ਮੈਂ ਗੱਲ ਕਰਾਂ ATM ਦੀ,
ਏਟੀਐਮ ਵੀ ਇੱਕ ਐम्ਬੈਡਡ ਕੰਪਿਊਟਰ ਹੁੰਦਾ, ਮੰਨ ਲਓ ਤੁਸੀਂ ਜਾ ਕੇ ਕਾਰਡ ਪਾ ਦਿੰਦੇ ਆਪਣੇ ਆਪ ਰੀਡ ਕਰਦਾ, ਆਟੋਮੈਟਿਕਲੀ ਆਪਰੇਸ਼ਨ ਕਰਦਾ ਸਾਰੇ। ਤਾਂ ਇਹ ਹੈਗਾ ਜੀ ਤੁਹਾਡਾ ਐम्बेडेड ਕੰਪਿਊਟਰ। ਇਸ ਤੋਂ ਇਲਾਵਾ ਜਿਹੜੀ ਤੁਹਾਡੀ ਸਮਾਰਟ ਵਾਚ ਹੈਗੀ ਆ, ਠੀਕ ਹੈ, ਇਹ ਵੀ ਹੈਗੀ ਹੈ ਜੀ ਐम्बेडेड ਕੰਪਿਊਟਰ ਦੀ ਐਗਜ਼ਾਮਪਲ। ਤਾਂ ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਫੋਟੋਆਂ ਤੁਸੀਂ ਯਾਦ ਰੱਖਣੀਆਂ ਨੇ। ਇਹ ਫੋਟੋਆਂ ਵੱਧ ਤੋਂ ਵੱਧ ਮੈਂ ਤਾਂ ਪਾਈਆਂ ਐਨੀਮੇਸ਼ਨ ਦੇ ਨਾਲ, ਤਾਂ ਜੋ ਫੋਟੋਆਂ ਦਿਮਾਗ 'ਚ ਬੈਠ ਜਾਂਦੀਆਂ ਹੁੰਦੀਆਂ, ਹੋਰ ਚੀਜ਼ਾਂ ਭੁੱਲ ਜਾਂਦੀਆਂ ਹੁੰਦੀਆਂ। ਕਿਉਂਕਿ ਆਪਾਂ ਦੇਖੋ, ਜੇ ਕੋਈ ਫਿਲਮ ਦੇਖੀ ਹੋਊਗੀ ਅੱਜ ਤੋਂ 10 ਸਾਲ ਪਹਿਲਾਂ, ਠੀਕ ਆ, ਆਪਾਂ ਨੂੰ ਸਾਰੀ ਫਿਲਮ ਯਾਦ ਹੋਊਗੀ, ਕਿਉਂਕਿ ਆਪਣੇ ਚੀਜ਼ ਦੇ ਆਪਣੇ ਇਨਸਾਨੀ ਦਿਮਾਗ ਦੇ ਵਿੱਚ ਕੀ ਹੈ, ਥਿਓਰੈਟੀਕਲੀ ਘੱਟ ਤੇ ਫੋਟੋਆਂ ਜ਼ਿਆਦਾ ਦਿਮਾਗ 'ਚ ਬੈਠਦੀਆਂ। ਹੁਣ ਮੈਂ ਗੱਲ ਕਰਾਂ ਨੋਟਬੁੱਕ ਕੰਪਿਊਟਰ ਦੀ ਰਾਜੇ, ਤਾਂ ਆਹ ਹੁੰਦਾ ਜੀ ਤੁਹਾਡਾ ਨੋਟਬੁੱਕ ਕੰਪਿਊਟਰ, ਜਿਹੜਾ ਹੁਣੇ ਆਇਆ ਸੀ ਤੁਹਾਡੇ ਸਾਹਮਣੇ ਦੇਖੋ। ਇਹ ਨੋਟਬੁੱਕ ਕੰਪਿਊਟਰ ਹੁੰਦਾ ਹੈ। ਇਹ ਸਮॉल ਇਨ ਸਾਈਜ਼ ਹੁੰਦਾ ਹੈ ਤੇ ਲੈਪਟਾਪ ਤੋਂ ਛੋਟਾ ਹੁੰਦਾ ਹੈ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਵਿਚ ਟਾਈਪ ਆਫ ਮੈਮਰੀ ਇਨ ਪੈਨ ਡਰਾਈਵ। ਪੈਨ ਡਰਾਈਵ ਕਿਹੜੀ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਯੂਨੀਵਰਸਲ ਸੀਰੀਅਲ ਬੱਸ, USB ਕਹਿ ਦਿੰਦੇ ਆ। ਤਾਂ ਪੈਨ ਡਰਾਈਵ ਦੇ ਵਿੱਚ ਕਿਹੜੀ ਮੈਮਰੀ ਹੁੰਦੀ ਹੈ ਰਾਜੇ? ਪੈਨ ਡਰਾਈਵ ਦੇ ਵਿੱਚ ਹੁੰਦੀ ਹੈ ਫਲੈਸ਼ ਮੈਮਰੀ। ਤਾਂ ਫਲੈਸ਼ ਮੈਮਰੀ ਕਰਕੇ ਇਹ ਫਾਸਟ ਹੁੰਦੀ ਹੈ। ਫਲੈਸ਼ ਮੈਮਰੀ ਫਾਸਟ ਮੈਮਰੀ ਹੁੰਦੀ ਹੈ। ਜਿਹੜੀ ਅੱਜ ਕੱਲ੍ਹ ਸਟੋਰੇਜ ਆ ਰਹੀ ਹੈ ਨਾ, SSD ਸੋਲਿਡ ਸਟੇਟ ਡਰਾਈਵ ਜਿਹੜੀ ਆ ਰਹੀ ਹੈ, ਠੀਕ ਹੈ, ਜਿਹੜੀ ਕੋਆਪਰੇਟਿਵ ਬੈਂਕ 'ਚ ਪੁੱਛਿਆ ਗਿਆ ਸੀ ਕੁਐਸਚਨ, SSD ਦੀ ਫੁੱਲ ਫਾਰਮ ਸੋਲਿਡ ਸਟੇਟ ਡਰਾਈਵ, ਉਹਦੇ ਵਿੱਚ ਵੀ ਫਲੈਸ਼ ਮੈਮਰੀ ਆ ਰਹੀ ਹੈ। ਤਾਂ ਇਸ ਤੋਂ ਪਹਿਲਾਂ ਹਾਰਡ ਡਿਸਕ ਆਉਂਦੀ ਸੀ, ਉਹਦੇ ਵਿੱਚ ਮੈਗਨੈਟਿਕ ਮੈਮਰੀ ਆਉਂਦੀ ਸੀ। ਹੁਣ ਮੈਂ ਗੱਲ ਕਰਾਂ ਜੀ ਕੈਸ਼ੇ ਮੈਮਰੀ। ਕੈਸ਼ੇ ਮੈਮਰੀ ਕੀ ਹੁੰਦੀ ਹੈ? ਜਿਹੜੀ ਕਿ ਫਾਸਟੈਸਟ ਮੈਮਰੀ ਹੁੰਦੀ ਹੈ, ਪਰ ਸਮॉल ਇਨ ਸਾਈਜ਼ ਹੁੰਦੀ ਹੈ, ਜਿਹੜੀ ਕਿ CPU ਤੇ ਮੇਨ ਮੈਮਰੀ ਦੇ ਵਿਚਕਾਰ ਹੁੰਦੀ ਹੈ ਰਾਜੇ। ਤਾਂ ਆਹ ਹੁੰਦੀ ਹੈ ਜੀ ਤੁਹਾਡੀ ਕੈਸ਼ੇ ਮੈਮਰੀ। ਇਹ CPU ਤੇ ਮੇਨ ਮੈਮਰੀ ਦੇ ਵਿਚਕਾਰ ਹੁੰਦੀ ਹੈ। ਮੇਨ ਮੈਮਰੀ ਕਿਹੜੀ? ਪ੍ਰਾਇਮਰੀ ਮੈਮਰੀ, ਰੈਂਡਮ ਐਕਸੈਸ ਮੈਮਰੀ, ਠੀਕ ਹੈ, ਉਹਦੇ ਵਿਚਕਾਰ ਇੱਕ ਛੋਟੀ ਜਿਹੀ ਸਟੋਰੇਜ ਹੁੰਦੀ ਹੈ, ਉਹਨੂੰ ਕਹਿ ਦਿੰਦੇ ਆ ਕੈਸ਼ੇ ਮੈਮਰੀ। ਅਗਰ ਮੈਂ ਅੱਗੇ ਗੱਲ ਕਰਾਂ EEPROM ਰਾਜੇ, ਰੋਮ ਕੀ ਹੁੰਦੀ ਹੈ? ਰੀਡ ਓਨਲੀ ਮੈਮਰੀ, ਜਿਹਦੇ ਵਿੱਚ ਆਪਣਾ ਕੰਪਿਊਟਰ ਦਾ ਸਟਾਰਟਅਪ ਰੂਟੀਨ ਚੱਲਦਾ ਹੈ, ਬਾਇਓ ਸੈਟਿੰਗ ਚੱਲਦੀਆਂ ਨੇ। ਤਾਂ ਅੱਗੇ ਦੀ ਫਰਦਰ ਟਾਈਪਸ ਹੁੰਦੀਆਂ ਨੇ, PROM ਹੁੰਦਾ ਹੈ, EPROM ਹੁੰਦਾ ਹੈ ਤੇ EEPROM ਹੁੰਦਾ ਹੈ। PROM ਕੀ ਹੁੰਦਾ? ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ। E ਹੁੰਦਾ ਰੇਜ਼ੇਬਲ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ। ਤੇ EEPROM ਦੀ ਸਭ ਤੋਂ ਵੱਧ ਪੁੱਛੀ ਜਾਂਦੀ ਹੈ ਤੁਹਾਨੂੰ ਫੁੱਲ ਫਾਰਮ, ਉਹ ਮੈਂ ਲਿਖਤੀ ਆ ਜੀ। ਇੱਥੇ ਬੱਚੇ ਇਲੈਕਟ੍ਰੋਨਿਕਲੀ ਲਿਖ ਕੇ ਆਉਂਦੇ ਆ ਰਾਜੇ, ਧਿਆਨ ਦੇ ਨਾਲ, ਇਲੈਕਟ੍ਰੀਕਲੀ ਹੈ। ਤਾਂ ਇਲੈਕਟ੍ਰੀਕਲੀ ਰੇਜ਼ੇਬਲ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ ਹੈ ਜੀ ਆਪਣੀ EEPROM ਦੀ ਫੁੱਲ ਫਾਰਮ। ਤਾਂ ਲਾਸਟ ਆਪਸ਼ਨ ਹੈਗੀ ਜੀ ਰੈਮ, ਜਿਹਨੂੰ ਆਪਾਂ ਕਹਿ ਦਿੰਦੇ ਆ ਰੈਂਡਮ ਐਕਸੈਸ ਮੈਮਰੀ। ਜੇ ਰੈਮ ਨਹੀਂ ਦੇਖਿਆ ਤਾਂ ਆ ਹੈਗੀ ਜੀ ਮੇਨ ਪ੍ਰਾਇਮਰੀ ਮੈਮਰੀ। ਇਹ ਵੋਲੇਟਾਈਲ ਇਨ ਨੇਚਰ ਹੁੰਦੀ ਹੈ, ਠੀਕ ਹੈ, ਓਕੇ। ਅੱਗੇ ਚੱਲਦੇ ਹਾਂ ਜੀ, ਆਪਾਂ ਨੈਕਸਟ ਕੁਐਸਚਨ ਵੱਲ ਮੂਵ ਕਰਦੇ ਹਾਂ ਆਪਣੇ। ਅੱਗੇ ਆ ਜੀ, ਆ ਦੇਖੋ, ਜਿਹਦੇ ਵਿੱਚ ਸਭ ਤੋਂ ਵੱਧ ਕਨਫਿਊਜ਼ ਹੁੰਦੇ ਆ ਬੱਚੇ। ਕਹਿੰਦਾ ਜੀ ਦਾ ਪ੍ਰੋਸੈਸ ਆਫ ਟ੍ਰਾਂਸਫੇਰਿੰਗ ਦਾ ਇਨਫੋਰਮੇਸ਼ਨ ਫਰੋਮ ਦਾ ਕੰਪਿਊਟਰ ਇਨਟੂ ਦਾ ਸਰਵਰ। ਸਰਵਰ ਕੀ ਹੁੰਦਾ ਜੀ? ਅੱਜ ਇੰਟਰਨੈਟ ਕਹਿ ਸਕਦੇ ਆ ਆਪਾਂ, ਠੀਕ ਹੈ। ਤੁਹਾਡੇ ਕੰਪਿਊਟਰ ਤੋਂ ਸਰਵਰ ਤੇ ਕੋਈ ਫਾਈਲ ਜਾ ਰਹੀ ਹੈ, ਤੁਹਾਡੇ ਕੰਪਿਊਟਰ ਤੋਂ ਸਰਵਰ ਤੇ ਫਾਈਲ ਜਾ ਰਹੀ ਹੈ, ਤਾਂ ਕੀ ਆਨਸਰ ਹੋਊਗਾ? ਦਿਮਾਗ 'ਚ ਸੋਚ ਲਓ, ਤੁਹਾਨੂੰ ਮੈਂ ਇੱਕ ਪਿਕਚਰ ਦਿਖਾਉਣਾ ਹੈ। ਤਾਂ ਤੁਹਾਡੇ ਲੈਪਟਾਪ ਤੋਂ ਕੋਈ ਫਾਈਲ ਤੁਸੀਂ ਇੰਟਰਨੈਟ ਤੇ ਭੇਜ ਰਹੇ ਆ, ਤਾਂ ਰਾਜੇ ਤੁਸੀਂ ਅਪਲੋਡ ਕਰ ਰਹੇ ਆ। ਤਾਂ ਇਹਨੂੰ ਜਿਹੜਾ ਪ੍ਰੋਸੈਸ ਹੋ ਰਿਹਾ, ਉਹਨੂੰ ਆਪਾਂ ਕੀ ਕਵਾਂਗੇ? ਅਪਲੋਡਿੰਗ ਕਵਾਂਗੇ। ਕੀ ਕਵਾਂਗੇ? ਅਪਲੋਡਿੰਗ। ਇਸ ਦੇ ਓਪੋਜ਼ਿਟ ਅਗਰ ਕੋਈ ਫਾਈਲ ਤੁਹਾਡੇ ਕੰਪਿਊਟਰ ਦੇ ਵਿੱਚ ਆ ਰਹੀ ਹੈ ਕਿਸੇ ਸਰਵਰ ਤੋਂ, ਮੰਨ ਲਓ ਤੁਸੀਂ ਕੋਈ ਫਾਈਲ ਡਾਊਨਲੋਡ ਕਰ ਰਹੇ ਹੋ, ਕੋਈ ਗਾਣਾ ਡਾਊਨਲੋਡ ਕਰ ਰਹੇ ਹੋ ਨੈਟ ਤੋਂ, ਤਾਂ ਉਹਨੂੰ ਆਪਾਂ ਕੀ ਕਵਾਂਗੇ? ਡਾਊਨਲੋਡ। ਤੇ ਇਸ ਪ੍ਰੋਸੈਸ ਨੂੰ ਕੀ ਕਵਾਂਗੇ? ਡਾਊਨਲੋਡਿੰਗ ਕਵਾਂਗੇ। ਤਾਂ ਹੁਣ ਇਸ ਦਾ ਆਨਸਰ ਤੁਸੀਂ ਕਰ ਸਕਦੇ ਹੋ। ਕਹਿੰਦਾ ਸਰਵਰ ਤੋਂ ਆ ਤੁਹਾਡੇ ਕੰਪਿਊਟਰ ਤੇ, ਠੀਕ ਹੈ, ਤੁਹਾਡੇ ਕੰਪਿਊਟਰ ਤੋਂ ਸਰਵਰ ਤੇ ਜਾ ਰਹੀ ਹੈ, ਤਾਂ ਉਹਨੂੰ ਕੀ ਕਵਾਂਗੇ? ਔਨ ਦਾ ਇੰਟਰਨੈਟ। ਉਹਨੂੰ ਆਪਾਂ ਕੀ ਕਵਾਂਗੇ? ਅਪਲੋਡਿੰਗ। ਕੀ ਕਵਾਂਗੇ? ਅਪਲੋਡਿੰਗ। ਜੇ ਉਹ ਕਹਿੰਦਾ ਕਿ ਦਾ ਪ੍ਰੋਸੈਸ ਆਫ ਟ੍ਰਾਂਸਫੇਰਿੰਗ ਇਨਫੋਰਮੇਸ਼ਨ ਫਰੋਮ ਦਾ ਸਰਵਰ ਟੂ ਦਾ ਕੰਪਿਊਟਰ, ਤਾਂ ਫਿਰ ਕੀ ਕਹਿਣਾ ਸੀ ਆਪਾਂ? ਡਾਊਨਲੋਡਿੰਗ ਕਹਿਣਾ ਸੀਗਾ। ਤਾਂ ਬਹੁਤ ਸੌਖਾ ਹੈ। ਤਾਂ ਤੁਹਾਨੂੰ ਮੈਂ ਫੋਟੋਆਂ ਦੇ ਨਾਲ ਕੀ ਕਰਤਾ? ਇਹ ਕਵਰ ਕਰਾਤਾ। ਓਕੇ ਹੈ ਜੀ। ਅੱਗੇ ਗੱਲ ਕਰਦੇ ਹਾਂ ਜੀ ਡਾਕਟਰ ਸੁਲਮੋਨ ਤੇ ਮੈਕਐਫੇ, ਠੀਕ ਹੈ ਜੀ। ਜਿਵੇਂ ਤੁਸੀਂ AVG ਬਾਰੇ ਸੁਣਿਆ ਹੋਊਗਾ, ਨੋਰਟਨ ਸੁਣਿਆ ਹੋਊਗਾ, ਇਹ ਸਾਰੇ ਕੀ ਹੁੰਦੇ ਨੇ? ਤੁਹਾਡੇ ਐਂਟੀਵਾਇਰਸ ਸੌਫਟਵੇਅਰ ਹੁੰਦੇ ਨੇ। ਕੀ ਹੁੰਦੇ ਨੇ? ਐਂਟੀਵਾਇਰਸ। ਤਾਂ ਵਾਇਰਸ ਕੀ ਹੁੰਦਾ ਰਾਜੇ? ਵਾਇਰਸ ਹੁੰਦਾ ਇੱਕ ਮਾਲਵੇਅਰ ਸੌਫਟਵੇਅਰ, ਜਿਹਨੂੰ ਮੈਲਿਕਿਅਸ ਸੌਫਟਵੇਅਰ ਕਹਿ ਦਿੰਦੇ ਆ, ਜਿਹੜਾ ਕਿ ਡੈਮੇਜ ਪਰਪਸ ਵਾਸਤੇ ਬਣਾਇਆ ਜਾਂਦਾ। ਉਹਦੀ ਕੋਡਿੰਗ ਇਦਾਂ ਦੀ ਹੁੰਦੀ ਹੈ ਕਿ ਆਪਣੇ ਆਪ ਨੂੰ ਕੀ ਕਰਦਾ ਰਹਿੰਦਾ? ਸੈਲਫ ਰੈਪਲੀਕੇਟ ਕਰਦਾ ਰਹਿੰਦਾ, ਆਪਣੇ ਆਪ ਦੀਆਂ ਕੀ ਕਾਪੀਆਂ ਜਨਰੇਟ ਕਰਦਾ ਰਹਿੰਦਾ। ਤਾਂ ਵਾਇਰਸ ਦੀ ਫੁੱਲ ਫਾਰਮ ਪੁੱਛ ਲੈਂਦੇ ਹੁੰਦੇ ਰਾਜੇ ਬਹੁਤ ਵਾਰੀ। ਤਾਂ ਵਾਇਰਸ ਦੀ ਫੁੱਲ ਫਾਰਮ ਕੀ ਹੈ? V ਫॉर ਵਾਈਟਲ, I ਫॉर ਇਨਫੋਰਮੇਸ਼ਨ, R ਫॉर ਰਿਸੋਰਸ, U ਫॉर ਅੰਡਰ ਤੇ S ਫॉर ਸੀਜ। ਤਾਂ ਵਾਈਟਲ ਇਨਫੋਰਮੇਸ਼ਨ ਰਿਸੋਰਸ ਅੰਡਰ ਸੀਜ ਫੁੱਲ ਫਾਰਮ ਹੈ, ਇਹਨੂੰ ਜ਼ਰੂਰ ਧਿਆਨ 'ਚ ਰੱਖਿਓ। ਨੈਕਸਟ ਗੱਲ ਕਰਦੇ ਹਾਂ ਜੀ, ਕਹਿੰਦਾ ਮਲਟੀਮੀਡੀਆ। ਪਹਿਲਾਂ ਤਾਂ ਮਲਟੀਮੀਡੀਆ ਕੀ ਹੁੰਦਾ ਰਾਜੇ? ਮਲਟੀਮੀਡੀਆ ਕੀ ਹੁੰਦਾ? ਜਿਵੇਂ ਕੋਈ ਵੀ ਮੰਨ ਲਓ ਕੋਈ ਆਡੀਓ ਫਾਈਲ ਹੈ, ਵੀਡੀਓ ਹੈ, ਐਨੀਮੇਸ਼ਨ ਹੈ, ਟੈਕਸਟ ਹੈ, ਗ੍ਰਾਫਿਕ ਹੈ, ਇਹਨੂੰ ਆਪਾਂ ਕਹਿ ਦਾਂਗੇ ਐਨੀਮੇਸ਼ਨ ਮਲਟੀਮੀਡੀਆ। ਤਾਂ ਮਲਟੀਮੀਡੀਆ ਕਹਿੰਦਾ ਸਟਿਮੂਲੇਟ ਆਲ ਦਾ ਫੋਲੋਇੰਗ ਐਕਸੈਪਟ। ਸਟਿਮੂਲੇਟ ਦਾ ਮਤਲਬ ਹੁੰਦਾ ਉਤੇਜਿਤ ਕਰਨਾ। ਕੀ ਕਰਨਾ? ਉਤੇਜਿਤ ਕਰਨਾ, ਠੀਕ ਹੈ। ਤਾਂ ਆਪਾਂ ਮੰਨ ਲਓ ਕੋਈ ਚੀਜ਼ ਦੇਖ ਰਹੇ ਹਾਂ, ਹਨਾ, ਕੋਈ ਕੋਈ ਆਪਾਂ ਚੀਜ਼ ਸੁਣ ਰਹੇ ਹਾਂ, ਕੋਈ ਚੀਜ਼ ਆਪਾਂ ਇਮੇਜ ਨੂੰ ਦੇਖ ਕੇ ਉਤੇਜਿਤ ਹੋ ਸਕਦੇ ਹਾਂ, ਹਨਾ, ਆਪਣੇ ਵਿੱਚ ਜਿਵੇਂ ਮੰਨ ਲਓ ਆਪਾਂ ਕੋਈ ਬਹੁਤ ਵਧੀਆ ਫਿਲਮ ਦੇਖੀ, ਹਨਾ, ਆਪਾਂ ਉਹਨੂੰ ਵੇਖ ਕੇ ਹੈਰਾਨ ਹੋ ਸਕਦੇ ਹਾਂ ਵੀ ਯਾਰ ਕਿੰਨੀ ਘੈਂਟ ਫਿਲਮ ਬਣਾਈ ਆ, ਹਨਾ। ਕੋਈ ਗਾਣਾ ਸੁਣ ਲਿਆ, ਆਪਾਂ ਕਹਾਂਗੇ ਯਾਰ ਵਾਹ ਕਿਆ ਮਿਊਜ਼ਿਕ ਹੈ, ਠੀਕ ਹੈ। ਕੋਈ ਪਿਕਚਰ ਦੇਖ ਲਈ, ਯਾਰ ਕੋਈ ਬੜੀ ਵਧੀਆ ਯਾਰ ਇਹ ਪਿਕਚਰ ਖਿੱਚੀ ਆ ਕਿਸੇ ਨੇ, ਹਨਾ।
ਤਾਂ ਲੇਕਿਨ ਸਿਰਫ ਮੈਮਰੀ ਹੁੰਦਾ, ਮੈਮਰੀ ਤਾਂ ਸਟਿਮੂਲੇਟ ਨਹੀਂ ਕਰਦੀ, ਤੇ ਇਹਦਾ ਰਾਈਟ ਆਂਸਰ ਕੀ ਬਣਨਾ ਸੀਗਾ? ਮੈਮਰੀ। ਤਾਂ ਉਹਨੇ ਕਿਹਾ ਸੀਗਾ ਇੱਕ ਨੂੰ ਛੱਡ ਕੇ ਬਾਕੀ ਸਾਰੇ ਸਟਿਮੂਲੇਟ ਕਰਦੇ ਆ, ਤਾਂ ਕਿਹਨੂੰ ਛੱਡ ਕੇ? ਮੈਮਰੀ ਨੂੰ ਛੱਡ ਕੇ ਬਾਕੀ ਸਾਰੇ ਸਟਿਮੂਲੇਟ ਕਰਦੇ ਆ। ਅੱਗੇ ਗੱਲ ਕਰਦੇ ਆ ਜੀ, ਕਹਿੰਦਾ ਇਹ ਵਰਡ ਇਨ ਏ ਵੈਬ ਪੇਜ ਦੈਟ ਵੈਨ ਕਲਿਕਡ ਓਪਨ ਏ ਅਨਦਰ ਡਾਕੂਮੈਂਟ। ਤਾਂ ਤੁਹਾਨੂੰ ਮੈਂ ਦੱਸਿਆ ਸੀ ਕੀ ਹੁੰਦਾ ਜੀ ਰਾਜੇ? ਹਾਈਪਰਲਿੰਕ। ਹਾਈਪਰਲਿੰਕ ਕੀ ਕਰਦਾ? ਜਦੋਂ ਕੋਈ ਆਪਾਂ ਚੀਜ਼ ਉੱਤੇ ਕਲਿੱਕ ਕਰਦੇ ਆ ਤੇ ਇੱਕ ਨਵੀਂ ਚੀਜ਼ ਖੁੱਲਦੀ ਹੈ, ਤਾਂ ਦੋ ਚੀਜ਼ਾਂ ਨੂੰ ਕਨੈਕਟ ਕੌਣ ਕਰਦਾ? ਹਾਈਪਰਲਿੰਕ ਕਰਦਾ। ਇਹਦੀ ਸ਼ਾਰਟਕਟ ਕੀ ਪੁੱਛ ਲੈਂਦੇ ਹੁੰਦੇ ਰਾਜੇ? ਇਹਦੀ ਸ਼ਾਰਟਕਟ ਕੀ ਹੁੰਦੀ ਹੈ? ਕੰਟਰੋਲ ਪਲੱਸ ਕੇ। ਠੀਕ ਹੈ ਜੀ। ਤਾਂ ਇਹਦੇ ਵਿੱਚ ਇੱਕ ਗੱਲ ਹੋਰ ਕਾ, URL ਕੀ ਹੁੰਦਾ ਰਾਜੇ? ਤੁਹਾਡਾ URL ਕੀ ਹੁੰਦਾ? ਜਿਵੇਂ ਮੰਨ ਲਓ ਕੋਈ ਵੈਬਸਾਈਟ ਖੋਲਣੀ ਆ ਤਾਂ ਉਹਦਾ ਐਡਰੈਸ ਹੁੰਦਾ .google.com ਮੰਨ ਲਓ। ਤਾਂ google.com ਕੀ ਹੋ ਗਿਆ? ਇੱਕ URL ਹੋ ਗਿਆ, ਜਿਹਨੂੰ ਕਹਿ ਦਿੰਦੇ ਆ ਯੂਨੀਫਾਰਮ ਰਿਸੋਰਸ ਲੋਕੇਟਰ। ਤਾਂ ਇਹਦੀ ਫੁੱਲ ਫਾਰਮ ਕੀ ਹੈ? ਯੂਨੀਫਾਰਮ ਰਿਸੋਰਸ ਲੋਕੇਟਰ ਹੈ ਰਾਜੇ। ਤਾਂ ਇਹਨੂੰ ਮੈਂ ਲਿਖ ਨਹੀਂ ਰਿਹਾ ਕਿਉਂਕਿ ਮੈਂ ਬਹੁਤ ਵਾਰੀ ਕਰਾਇਆ ਹੋਇਆ, ਫਿਰ ਬੋਲਤਾ ਧਿਆਨ ਚ ਰੱਖਿਓ। ਅੱਗੇ ਗੱਲ ਕਰਦੇ ਹਾਂ ਜੀ, ਵੈਰੀ ਇੰਪੋਰਟੈਂਟ ਕੁਐਸਚਨ, ਕਹਿੰਦਾ MS ਵਰਡ ਦੇ ਵਿੱਚ ਸੁਪਰਸਕ੍ਰਿਪਟ, ਸਬਸਕ੍ਰਿਪਟ ਤੇ ਸਟ੍ਰਾਈਕ ਥਰੂ ਕੀ ਹੁੰਦੇ ਆ? ਤਾਂ ਪਹਿਲਾਂ ਤੁਹਾਨੂੰ ਮੈਂ ਇੱਕ ਫਾਊਂਟ ਡਾਇਲੌਗ ਬਾਕਸ ਖੋਲਦਾ। ਫਾਊਂਟ ਡਾਇਲੌਗ ਬਾਕਸ ਨੂੰ ਅਗਰ ਖੋਲਣਾ ਹੋਵੇ ਤਾਂ ਉਹਦੀ ਸ਼ਾਰਟਕਟ ਹੁੰਦਾ ਕੰਟਰੋਲ D। ਇਹ ਵੀ ਕੁਐਸਚਨ ਬਹੁਤ ਆਉਂਦਾ ਹੈ। ਇਹ ਹੁੰਦਾ ਜੀ ਫਾਊਂਟ ਡਾਇਲੌਗ ਬਾਕਸ ਨੂੰ ਓਪਨ ਕਰਨ ਵਾਸਤੇ। ਠੀਕ ਹੈ, ਫਾਊਂਟ ਡਾਇਲੌਗ ਬਾਕਸ ਕੀ ਹੁੰਦਾ ਤੁਹਾਨੂੰ ਮੈਂ ਦਿਖਾ ਦਿੰਦਾ। ਆ ਹੁੰਦਾ ਜੀ ਫਾਊਂਟ ਡਾਇਲੌਗ ਬਾਕਸ। ਹੁਣ ਦੇਖੋ ਮੈਂ ਫਾਊਂਟ ਫੇਸ ਦੀ ਗੱਲ ਕਰਾਂ ਰਾਜੇ, ਇਹ ਹੁੰਦਾ ਜੀ ਫਾਊਂਟ ਫੇਸ, ਮਤਲਬ ਕਿ ਇਟੈਲਿਕ ਰੱਖਣਾ ਤੁਸੀਂ, ਸੌਰੀ ਟਾਈਮ ਨਿਊ ਰੋਮਨ ਰੱਖਣਾ ਹੈ, ਟਾਈਮਸ ਨਿਊ ਰੋਮਨ ਰੱਖਣਾ ਹੈ, ਠੀਕ ਹੈ, ਏਰੀਅਲ ਰੱਖਣਾ ਹੈ, ਸਿੰਬਲ ਰੱਖਣਾ ਹੈ, ਠੀਕ ਹੈ। ਇਹ ਹੁੰਦੇ ਜੀ ਫਾਊਂਟ ਫੇਸ। ਫਾਊਂਟ ਸਟਾਈਲ ਕੀ ਹੁੰਦਾ ਹੈ? ਤੁਸੀਂ ਇਟੈਲਿਕ ਰੱਖਣਾ, ਬੋਲਡ ਰੱਖਣਾ, ਠੀਕ ਹੈ, ਰੈਗੂਲਰ ਰੱਖਣਾ ਹੈ। ਫਾਊਂਟ ਸਾਈਜ਼ ਤੁਹਾਨੂੰ ਪਤਾ ਹੀ ਹੈ, ਠੀਕ ਹੈ, ਮੈਕਸਿਮਮ ਕਿੰਨਾ ਹੁੰਦਾ, ਮਿਨੀਮਮ ਕਿੰਨਾ ਹੁੰਦਾ? ਆਪਣੇ ਵਰਡ ਦੇ ਵਿੱਚ 8 ਤੋਂ 72 ਹੁੰਦਾ ਹੈ, ਠੀਕ ਹੈ। ਫਾਊਂਟ ਕਲਰ ਚੇਂਜ ਕਰ ਸਕਦੇ ਹਾਂ, ਲੇਕਿਨ ਜਿਹੜੇ ਫਾਊਂਟ ਇਫੈਕਟ ਕਿਹੜੇ ਹੁੰਦੇ ਜਿੱਥੇ ਬੱਚਾ ਭੁਲੇਖਾ ਖਾ ਜਾਂਦਾ ਹੈ? ਜਿਵੇਂ ਸੁਪਰਸਕ੍ਰਿਪਟ ਹੋ ਗਿਆ, ਸਬਸਕ੍ਰਿਪਟ ਹੋ ਗਿਆ, ਠੀਕ ਹੈ ਜੀ, ਸਟ੍ਰਾਈਕ ਥਰੂ ਹੋ ਗਿਆ, ਡਬਲ ਸਟ੍ਰਾਈਕ ਥਰੂ ਹੋ ਗਿਆ, ਸਾਰੇ ਕੀ ਹੁੰਦੇ ਨੇ? ਤੁਹਾਡੇ ਫਾਊਂਟ ਇਫੈਕਟ ਹੁੰਦੇ ਨੇ। ਤਾਂ ਆ ਦੇਖੋ ਜੀ, ਇੱਥੇ ਆਪਣਾ ਆਂਸਰ ਕੀ ਆਉਣਾ ਸੀਗਾ? ਸੁਪਰਸਕ੍ਰਿਪਟ, ਸਬਸਕ੍ਰਿਪਟ ਕੀ ਹੁੰਦੇ ਨੇ ਰਾਜੇ? ਫਾਊਂਟ ਇਫੈਕਟਸ ਹੁੰਦੇ ਨੇ, ਠੀਕ ਹੈ। ਅੱਛਾ, ਜਿਵੇਂ ਹੁਣ ਮੈਂ ਗੱਲ ਕੀਤੀ ਹੈ, ਇੱਥੇ ਮੈਂ ਤੁਹਾਨੂੰ ਹੁਣ ਦੱਸ ਕੇ ਗਿਆ, ਦੇਖੋ ਕੀ ਦੱਸ ਕੇ ਗਿਆ। ਇੱਥੇ ਮੈਂ ਤੁਹਾਨੂੰ ਦੱਸਿਆ ਜੀ ਸੁਪਰਸਕ੍ਰਿਪਟ, ਸਬਸਕ੍ਰਿਪਟ। ਤਾਂ ਸੁਪਰਸਕ੍ਰਿਪਟ ਰਾਜੇ, ਸਬਸਕ੍ਰਿਪਟ ਕੀ ਹੁੰਦਾ? ਜਿਵੇਂ ਮੰਨ ਲਓ ਮੈਂ x ਦੀ ਪਾਵਰ 2 ਲਿਖਤਾ, ਇਹ ਸੁਪਰਸਕ੍ਰਿਪਟ ਹੈ। ਤਾਂ ਸਬਸਕ੍ਰਿਪਟ ਕੀ ਹੁੰਦਾ ਰਾਜੇ? ਜਿਵੇਂ ਮੈਂ ਲਿਖਤਾ H2O। ਤਾਂ ਇਹਦੀ ਸ਼ਾਰਟਕਟ ਕੀ ਬਹੁਤ ਵਾਰੀ ਪੁੱਛਦੇ ਆ ਰਾਜੇ? ਸੁਪਰ ਦਾ ਮਤਲਬ ਕੀ? ਸੁਪਰ ਉੱਪਰ, ਸੁਪਰ ਉੱਪਰ। ਹੁਣ ਦੇਖੋ ਜਿਹੜਾ ਇੱਕ ਨਾ ਤੁਹਾਡੇ ਕੀਬੋਰਡ ਤੇ ਇੱਕ ਕੀ ਹੈਗੀ ਹੈ, ਇੱਕ ਕੀ ਹੈ, ਉਹਦੇ ਤੇ ਦੋਨੇ ਸਿੰਬਲ ਨੇ ਪਲੱਸ ਤੇ ਇਕੁਅਲ ਟੂ। ਹੁਣ ਸੇਮ ਕੀ ਦੇ ਉੱਪਰ ਦੋਨੇ, ਜੇ ਤਾਂ ਮੈਂ ਦੇਖੋ ਸਿੰਪਲ ਕੀ ਦਬਾਉਂਗਾ ਤਾਂ ਇਕੁਅਲ ਟੂ ਪਾਊਗਾ, ਪਰ ਜੇ ਮੈਂ ਪਲੱਸ ਪਾਉਣਾ ਤਾਂ ਮੈਨੂੰ ਕੀ ਕਰਨਾ ਪਊਗਾ? ਸ਼ਿਫਟ ਕੀ ਨੱਪਣੀ ਪਊਗੀ, ਤਾਂ ਉੱਪਰ ਵਾਲੀ ਕੀ ਆਊਗਾ? ਪਲੱਸ ਸਿੰਬਲ ਆਊਗਾ। ਤਾਂ ਯਾਦ ਰੱਖਿਓ, ਸੁਪਰਸਕ੍ਰਿਪਟ ਮਤਲਬ ਕਿ ਸੁਪਰ ਸੇ ਉੱਪਰ, ਮਤਲਬ ਕਿ ਸੁਪਰ ਦੇ ਵਿੱਚ, ਸੁਪਰਸਕ੍ਰਿਪਟ ਦੇ ਵਿੱਚ ਕੀ ਹੈ? ਉੱਪਰ ਵਾਲਾ ਸਿੰਬਲ ਯੂਜ਼ ਹੁੰਦਾ। ਤਾਂ ਆਪਾਂ ਕੀ ਨੱਪਾਂਗੇ ਜੀ? ਕੰਟਰੋਲ ਨੱਪਾਂਗੇ, ਫਿਰ ਨੱਪਾਂਗੇ ਜੀ ਸ਼ਿਫਟ, ਤੇ ਫਿਰ ਨੱਪਾਂਗੇ ਪਲੱਸ। ਹੁਣ ਸ਼ਿਫਟ ਕਿਉਂ ਨੱਪਣਾ ਪੈਂਦਾ ਆਪਾਂ ਨੂੰ? ਕਿਉਂਕਿ ਆਪਾਂ ਪਲੱਸ ਸਿੰਬਲ ਪਾਉਣਾ ਹੈ। ਤਾਂ ਜੇ ਮੈਂ ਕਹਾਂ ਸਬਸਕ੍ਰਿਪਟ ਦੀ, ਤਾਂ ਸਬਸਕ੍ਰਿਪਟ ਦੇ ਵਿੱਚ ਸਿੰਪਲ ਕੀ ਕਰਨਾ? ਆਪਾਂ ਕੰਟਰੋਲ ਤੇ ਇਕੁਅਲ ਟੂ ਨੱਪਣਾ। ਕੰਟਰੋਲ ਨੱਪਾਂਗੇ, ਇਕੁਅਲ ਟੂ, ਕਿਉਂਕਿ ਇਕੁਅਲ ਟੂ ਤਾਂ ਸਿੰਪਲ ਹੀ ਪੈ ਜਾਊਗਾ। ਤਾਂ ਇਹ ਦੋਵਾਂ ਦੇ ਵਿੱਚ ਕਨਫਿਊਜ਼ਨ ਹੁੰਦੀ ਬੱਚਿਆਂ ਨੂੰ ਕਿ ਸਰ ਜੀ ਸ਼ਿਫਟ ਕਿਹਦੇ ਵਿੱਚ ਆਉਂਦਾ? ਸਬ ਚ ਆਉਂਦਾ, ਸੁਪਰ ਚ ਆਉਂਦਾ। ਤਾਂ ਯਾਦ ਰੱਖਿਓ ਸੁਪਰ ਉੱਪਰ, ਤੇ ਉੱਪਰ ਵਾਲਾ ਸਿੰਬਲ ਪਾਉਣ ਵਾਸਤੇ ਕੀ ਹੁੰਦਾ ਜੀ? ਸ਼ਿਫਟ। ਤਾਂ ਤੁਹਾਨੂੰ ਪਤਾ ਟਾਈਪਿੰਗ ਤੁਸੀਂ ਕਰਦੇ ਹੋ ਕਿ ਉੱਪਰ ਵਾਲਾ ਸਿੰਬਲ ਪਾਉਣ ਵਾਸਤੇ ਆਪਾਂ ਨੂੰ ਸ਼ਿਫਟ ਦੀ ਵਰਤੋਂ ਕਰਨੀ ਪੈਂਦੀ ਹੈ। ਆਈ ਹੋਪ ਤੁਸੀਂ ਸੁਪਰਸਕ੍ਰਿਪਟ ਤੇ ਸਬਸਕ੍ਰਿਪਟ ਦੇ ਵਿੱਚ ਹੁਣ ਕਦੇ ਵੀ ਕੀ ਹੋਵੋਗੇ? ਕਨਫਿਊਜ਼ ਨਹੀਂ ਹੋਵੋਗੇ। ਅੱਗੇ ਗੱਲ ਕਰਦੇ ਹਾਂ ਜੀ ਆਪਾਂ, ਵਿਚ ਫੰਕਸ਼ਨ ਕਹਿੰਦਾ ਵਿਲ ਯੂਜ਼ ਟੂ ਐਂਟਰ ਦਾ ਕਰੰਟ ਟਾਈਮ। ਤਾਂ ਰਾਜੇ ਦੋ ਫਾਰਮੂਲੇ ਹੁੰਦੇ ਆ, ਇੱਕ ਤਾਂ ਹੁੰਦਾ ਜੀ ਨਾਓ, ਇੱਕ ਹੁੰਦਾ ਜੀ ਟੂਡੇ। ਠੀਕ ਹੈ, ਜਿਹੜਾ ਟੂਡੇ ਹੁੰਦਾ ਰਾਜੇ, ਟੂ ਡੇ ਫੰਕਸ਼ਨ, ਠੀਕ ਹੈ। ਜਿਹੜਾ ਟੂਡੇ ਹੁੰਦਾ ਰਾਜੇ ਸਿਰਫ ਕਰੰਟ ਡੇਟ ਨੂੰ ਇਨਸਰਟ ਕਰਨ ਵਾਸਤੇ ਹੁੰਦਾ, ਜੋ ਵੀ ਆਪਣੇ ਸਿਸਟਮ ਤੇ ਡੇਟ ਹੋਊਗੀ ਉਹਨੂੰ ਇਨਸਰਟ ਕਰ ਦੂਗਾ। ਲੇਕਿਨ ਜਿਹੜਾ ਨਾਓ ਹੁੰਦਾ ਰਾਜੇ, ਇਹ ਡੇਟ ਪਲੱਸ ਟਾਈਮ ਜਿਹੜੇ ਕਰੰਟਲੀ ਆਪਣੇ ਸਿਸਟਮ ਦੇ ਹੁੰਦੇ ਉਹਨੂੰ ਕੀ ਕਰਦਾ? ਇਨਸਰਟ ਕਰਦਾ। ਤਾਂ ਅਗਰ ਇੱਥੇ ਓਨਲੀ ਲਿਖਿਆ ਹੁੰਦਾ ਕਰੰਟ, ਫਿਰ ਪੰਗਾ ਪੈ ਜਾਂਦਾ, ਲੇਕਿਨ ਓਨਲੀ ਤਾਂ ਹੈ ਨਹੀਂਗਾ, ਕੱਲਾ ਕਰੰਟ ਦਾ ਕੋਈ ਫਾਰਮੂਲਾ ਨਹੀਂ ਹੈਗਾ, ਠੀਕ ਹੈ, ਕਰੰਟ ਟਾਈਮ ਦਾ, ਠੀਕ ਹੈ। ਤਾਂ ਇੱਥੇ ਕੀ ਆਊਗਾ ਰਾਜੇ? ਮੇਰਾ ਆਂਸਰ ਆਊਗਾ, ਬੈਸਟ ਆਂਸਰ ਆਊਗਾ ਨਾਓ, ਕਿਉਂਕਿ ਬੱਚੇ ਕਨਫਿਊਜ਼ ਹੋ ਜਾਂਦੇ, ਕਿਉਂਕਿ ਸਰ ਵੀ ਨਾਓ ਤਾਂ ਡੇਟ ਐਂਡ ਟਾਈਮ ਦੋਨੇ ਕਰਦਾ ਹੈ, ਬਟ ਬੇਟਾ ਉਹਨੇ ਕਰੰਟ ਟਾਈਮ ਪੁੱਛਿਆ, ਤਾਂ ਕਰੰਟ ਟਾਈਮ ਤਾਂ ਕਰਦਾ ਹੀ ਕਰਦਾ, ਤਾਂ ਰਾਈਟ ਆਂਸਰ ਨਾਓ ਆ ਜਾਊਗਾ। ਜੇ ਕੱਲਾ ਡੇਟ ਪੁੱਛੂਗਾ ਤਾਂ ਟੂਡੇ ਆ ਜਾਊਗਾ। ਠੀਕ ਹੈ ਜੀ, ਕਲੀਅਰ ਹੈ। ਤਾਂ ਨੈਕਸਟ ਚੱਲਦੇ ਹਾਂ ਆਪਾਂ। ਅੱਜ ਦਾ ਲਾਸਟ ਕੁਐਸਚਨ ਹੈ ਜੀ ਤੁਹਾਡੇ ਪਟਵਾਰੀ ਦਾ, ਕਹਿੰਦਾ ਜੀ ਵਿਚ ਸਾਈਨ ਇਜ਼ ਯੂਜ਼ਡ ਟੂ ਸਪੈਸੀਫਾਈ ਅ ਸੈੱਲ ਰੇਂਜ। ਸੈੱਲ ਰੇਂਜ ਕੀ ਹੁੰਦੀ ਹੈ? ਮੰਨ ਲਓ ਆ ਮੇਰਾ ਕੀ ਹੈ ਜੀ? ਐਕਸਲ ਦੀ ਸ਼ੀਟ ਹੈ। ਮੰਨ ਲਓ ਮੈਂ ਇਸ ਸੈੱਲ ਤੋਂ ਲੈ ਕੇ ਇਸ ਸੈੱਲ ਤੱਕ ਕਰਨਾ, ਡਾਟਾ ਨੂੰ ਸਿਲੈਕਟ ਕਰਨਾ। ਮੰਨ ਲਓ ਮੈਂ ਐਂ ਡਾਟਾ ਕੀ ਕਰਨਾ? ਸਿਲੈਕਟ ਕਰਨਾ, ਉਹਨੂੰ ਕਹਿ ਦਿੰਦੇ ਜੀ ਸੈੱਲ ਰੇਂਜ। ਜੋ ਇਸ ਦਾ ਐਡਰੈਸ ਹੋਏਗਾ, ਜੋ ਇਸ ਦਾ ਐਡਰੈਸ ਹੋਏਗਾ, ਮੰਨ ਲਓ ਇਹ ਹੈਗਾ ਜੀ Z5, ਇਹ ਹੈਗਾ ਜੀ A1, ਤਾਂ ਮੇਰਾ ਸੈੱਲ ਰੇਂਜ ਕੀ ਆ ਜਾਊਗੀ? A1 ਸਿੰਗਲ ਕੋਲਨ Z5, ਠੀਕ ਹੈ। ਤਾਂ ਸਿੰਗਲ ਕੋਲਨ ਯੂਜ਼ ਹੁੰਦਾ ਹੈ, ਤਾਂ ਸੈੱਲ ਰੇਂਜ ਵਾਸਤੇ ਕਿਹੜਾ ਸਿੰਬਲ ਯੂਜ਼ ਹੁੰਦਾ? ਸਿੰਗਲ ਕੋਲਨ, ਠੀਕ ਹੈ। ਇੱਕ ਹੁੰਦਾ ਡਬਲ ਕੋਲਨ, ਠੀਕ ਹੈ ਜੀ। ਤਾਂ ਸਿੰਗਲ ਕੋਲਨ ਯੂਜ਼ ਹੁੰਦਾ। ਤਾਂ ਆਈ ਹੋਪ ਤੁਹਾਨੂੰ ਸਾਰਾ ਕੁਝ ਪਸੰਦ ਆਇਆ ਹੋਊਗਾ। ਬਹੁਤ ਵਧੀਆ ਤਰੀਕੇ ਨਾਲ ਇੱਕ ਨਵੀਂ
ਤਰੀਕੇ ਨਾਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਜਿਹੜੇ ਬੱਚੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਆਪਣੀ ਐਪ ਵੀ ਆ ਚੁੱਕੀ ਹੈ ਰਾਜੇ, ਉਹਦਾ ਲਿੰਕ ਤੁਹਾਡਾ ਡਿਸਕ੍ਰਿਪਸ਼ਨ ਦੇ ਵਿੱਚ ਪਿਆ ਹੈ। ਉੱਥੇ ਤੁਹਾਨੂੰ ਮਿਲਦੀ ਹੈ ਫ੍ਰੀ PDF ਕਰੰਟ ਅਫੇਅਰ ਦੀ, ਪਲੱਸ ਕੁਝ ਟੈਸਟ ਵੀ ਮਿਲਦੇ ਆ, ਤੇ ਇੱਕ ਤੁਹਾਨੂੰ ਮੈਂ ਕੋਰਸ ਬਾਰੇ ਜਾਣਕਾਰੀ ਜ਼ਰੂਰ ਦਊਂਗਾ, ਕਿਉਂਕਿ ਬੱਚੇ ਨਾ ਬਹੁਤ ਮੈਸੇਜ ਕਰਦੇ ਆ, ਫਿਰ ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ। ਇੱਕ ਨਾ ਆਹ ਕੋਰਸ ਸਾਰੇ ਜੁਆਇਨ ਕਰੋ। ਮੈਂ ਤੁਹਾਨੂੰ ਸਾਰਿਆਂ ਨੂੰ ਰეკਮੈਂਡ ਤਾਂ ਕਰ ਰਿਹਾ ਕਿਉਂਕਿ ਸਿਰਫ 200 ਰੁਪਏ ਦਾ ਕੋਰਸ ਹੈ। ਇਹਦੇ ਵਿੱਚ ਕੀ ਹੈ, ਤੁਹਾਡਾ ਟੈਸਟ ਹੁੰਦਾ ਹੈ, ਜਿਵੇਂ ਆਨਲਾਈਨ ਟੈਸਟ ਹੁੰਦਾ, ਉਹਦੇ ਵਿੱਚ ਨੈਗੇਟਿਵ ਮਾਰਕਿੰਗ ਵੀ ਹੁੰਦੀ ਹੈ, ਤੁਹਾਡਾ ਰੈਂਕ ਨਿਕਲ ਕੇ ਆਉਂਦਾ। ਇਹਦੇ ਵਿੱਚ ਮੈਂ ਕੰਪਿਊਟਰ, ਪੰਜਾਬੀ ਗ੍ਰਾਮਰ ਤੇ ਜਨਰਲ ਨੌਲੇਜ ਦੇ ਟੈਸਟ ਪਾਉਣਾ ਹੁੰਦਾ ਹੈ, ਠੀਕ ਹੈ। ਤੇ ਬਾਕੀ ਜੇ ਕਿਸੇ ਨੇ ਡਾਟਾ ਐਨਾਲਿਟਿਕਸ TSS ਕੇਡਰ ਵਾਸਤੇ ਲੈਣਾ ਰਾਜੇ ਕੋਰਸ, ਤੇ ਇਹ ਕੋਰਸ ਪਿਆ ਡਾਟਾ ਐਨਾਲਿਟਿਕਸ ਦਾ ਪਿਆ ਹੈ, ਠੀਕ ਹੈ ਜੀ। ਹਾਈ ਲੈਵਲ ਇੱਕ MCQ ਚੱਲ ਰਿਹਾ ਪੰਜਾਬ ਪੁਲਿਸ ਵਾਸਤੇ, ਕੰਪਿਊਟਰ ਦੇ ਬਹੁਤ ਹਾਈ ਲੈਵਲ ਦੇ MCQ ਹੈ, ਸਟੇਟਮੈਂਟ ਬੇਸ। ਤੇ ਇੱਕ ਚਲੋ PSPCL ਵਾਲਾ ਤਾਂ ਚਲੋ ਹੁਣ ਬੈਚ ਇਹ ਮਤਲਬ ਚਲਾ ਗਿਆ, ਪੇਪਰ ਮੇਨ ਪੇਪਰ ਵਿੱਚ ਚਲਾਇਆ ਸੀ ਬੈਚ, ਬਹੁਤ ਵਧੀਆ ਬੈਚ ਰਿਹਾ, ਠੀਕ ਹੈ। ਬਾਕੀ ਜੇ ਕਿਸੇ ਨੇ PDF ਵਗੈਰਾ ਡਾਇਰੈਕਟ ਪੜ੍ਹਨੀ ਹੈ, ਆਪਣੇ ਲੈਵਲ ਤੇ ਪੜ੍ਹਨੀ ਹੈ, ਤਾਂ ਤੁਸੀਂ ਉਹ ਵੀ ਲੈ ਸਕਦੇ ਹੋ। ਤਾਂ ਪਲੀਜ਼ ਜਰੂਰ ਸਾਥ ਦਿਓ। ਆਈ ਹੋਪ ਤੁਹਾਨੂੰ ਸਾਰਾ ਕੁਝ ਬਹੁਤ ਵਧੀਆ ਪਸੰਦ ਆਇਆ ਹੋਊਗਾ। ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ, ਤਦ ਤੱਕ ਵਾਸਤੇ ਧੰਨਵਾਦ। ਸਰਬੱਤ ਦਾ ਭਲਾ ਬਾਬਾ ਮਿਹਰ ਕਰੇ।